ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ। ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ, ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ। ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ। ਕੁਝ ਸੰਸਥਾਵਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ। ਸ਼ੁਕਰ ਵਾਹਿਗੁਰੂ ਦਾ, ਹੁਣ ਤਾਂ ਬੱਚੇ ਵੀ ਪੁੱਛਣ ਲੱਗ ਗਏ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਦੇ ਤੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਣ ਦਿੰਦੇ ਹਨ, ਮਿੱਠਾ ਜਿਹਾ ਹਲੂਣਾ ਦਿੰਦੇ ਨੇ। ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ, ਸ਼ੁਰੂ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਇਸ ਵੀਕਐਂਡ 'ਤੇ ਕਰਾਂਗੇ, ਟਾਈਮ ਨਹੀਂ ਹੈ। ਬੱਚਿਆਂ ਦੇ ਸਵਾਲਾਂ ਨੇ ਉਹਨਾਂ ਨੂੰ ਹਲੂਣ ਕੇ ਰੱਖ ਦਿੱਤਾ। ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਵਾਰਨਾ ਹੈ। ਘਰ ਘਰ ਦੇ ਵਿੱਚ ਗੁਰੂ ਦਾ ਸੰਦੇਸ਼, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਵਿੱਚ ਲਿਜਾਣੀ ਹੈ। ਅੱਜ ਜੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ, ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ। ਪਰਿਵਾਰ ਦਾ ਕੋਈ ਵੀ ਮੈਂਬਰ ਵਾਂਝਾ ਨਾ ਰਹਿ ਜਾਵੇ, ਕੋਈ ਰਿਸ਼ਤੇਦਾਰ, ਸ਼ਰੀਕੇ ਵਿੱਚੋਂ, ਮਿੱਤਰਾਂ ਦੋਸਤਾਂ 'ਚੋਂ ਕੋਈ ਵੀ ਵਾਂਝਾ ਨਾ ਰਹਿ ਸਕੇ। ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 261। 52 ਅੱਖਰੀ ਬਾਣੀ ਦੀ 52ਵੀਂ ਪੌੜੀ। ਸ਼ਲੋਕ ਲਿਖੈ ਕਤਹਿ ਨ ਛੁਟੀਐ, ਖਿਨ ਖਿਨ ਭੁੱਲਣ ਹਾਰ। ਪੌੜੀ ਦੇ ਨਾਲ ਸ਼ਲੋਕ ਹੈ, ਅਸੀਂ ਭੁੱਲਣਹਾਰ ਹਾਂ। ਹਰ ਛਿਨ ਭੁੱਲਾਂ ਕਰਦੇ ਹਾਂ। ਜਿਵੇਂ ਪਿਛਲੇ ਐਪੀਸੋਡ ਵਿੱਚ ਦੱਸਿਆ ਸੀ ਕਿ ਮਨੁੱਖ ਦੇ ਮਨ ਅੰਦਰ ਇੱਕ ਰੜਕ ਹੈ, ਇਹਨੂੰ ਆਪਣਾ ਸੁਭਾਅ, ਆਪਣੀ ਸੋਚ ਪਰਫੈਕਟ ਲੱਗਦੀ ਹੈ। ਪਰ ਗੁਰਮਤ ਦਾ ਦ੍ਰਿਸ਼ਟੀਕੋਣ ਇਹ ਹੈ ਕਿ ਗੁਰੂ ਦੇ ਉਪਦੇਸ਼ਾਂ ਰਾਹੀਂ ਸੋਚ ਸੁਭਾਅ ਨੂੰ ਪਰਚੋਲਣਾ ਹੈ। ਇੱਥੋਂ ਧਰਮੀ ਜੀਵਨ ਦੀ ਸ਼ੁਰੂਆਤ ਹੋਏਗੀ। ਤੇ ਜੇ ਆਪਾਂ ਥੋੜ੍ਹਾ ਜਿਹਾ ਆਪਣੇ ਅੰਤਰ ਧਿਆਨ ਹੋ ਕੇ ਆਪਣੀ ਲਾਈਫ ਨੂੰ ਦੇਖੀਏ, ਜ਼ਿੰਦਗੀ ਨੂੰ ਦੇਖੀਏ, ਕਿੰਨੇ ਵਾਰੀ ਸਾਡੀ ਜ਼ੁਬਾਨ ਨੇ ਮਾਂ ਨੂੰ, ਪਿਤਾ ਨੂੰ ਕੌੜਾ ਬੋਲਿਆ। ਕਿੰਨੇ ਵਾਰੀ ਜ਼ੁਬਾਨ ਨੇ ਆਪਣੀ ਘਰਵਾਲੀ ਨੂੰ, ਪੁੱਤਰਾਂ ਨੂੰ, ਧੀਆਂ ਨੂੰ ਕੌੜਾ ਬੋਲਿਆ। ਤਾਂ ਗਿਣਤੀ ਬਹੁਤ ਲੰਬੀ ਹੋ ਜਾਏਗੀ। ਆਖੋ ਕਿੰਨੇ ਵਾਰੀ ਨਿੰਦਾ ਸੁਣੀ ਹੈ ਤੇ ਕਿੰਨੇ ਵਾਰੀ ਨਿੰਦਾ ਕੀਤੀ, ਕਿੰਨੇ ਵਾਰੀ ਨਫ਼ਰਤ ਕੀਤੀ ਹੈ। ਕਿੰਨਿਆਂ ਦੇ ਨਾਲ ਇਹ ਮਨ ਨਫ਼ਰਤ ਕਰਦਾ ਹੈ। ਬੜੀ ਲੰਬੀ ਲਿਸਟ ਹੈ। ਤੇ ਜੇ ਕਿਤੇ ਇਦਾਂ ਅਕਾਊਂਟ ਦੇਖਣ ਲੱਗ ਜਾਈਏ ਨਾ, ਤੇ ਖਹਿੜਾ ਨਹੀਂ ਛੁੱਟੇਗਾ। ਆਖੋ ਵਾਹਿਗੁਰੂ। ਅਸੀਂ ਭੁੱਲਣਹਾਰ ਹਾਂ। ਜਦੋਂ ਇਹ ਚੀਜ਼ਾਂ ਦੀ ਸਮਝ ਆ ਗਈ ਨਾ, ਆਪਣੀ ਸੋਚ ਸੁਭਾਅ ਨੂੰ ਪਰਚੋਲਿਆ, ਫਿਰ ਅੰਦਰ ਇੱਕ ਭਾਵਨਾ, ਉਹ ਭਾਵਨਾ ਇੱਕ ਤੜਫ ਬਣੇਗੀ। ਉਹ ਤੜਫ ਹੀ ਹਿਰਦੇ ਦੀ ਅਰਦਾਸ ਬਣੇਗੀ, ਬੋਲ ਕੇ ਕਹਿਣ ਦੀ ਲੋੜ ਨਹੀਂ। ਉਸ ਤੜਫ ਨੇ ਤੈਨੂੰ ਗੁਰੂ ਦੇ ਉਪਦੇਸ਼ ਮੰਨਣ ਦੇ ਪ੍ਰੋਸੈਸ ਵਿੱਚ ਸ਼ੁਰੂ ਕਰ ਪਾ ਦੇਣਾ। ਆਖੋ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਿ ਵਾਹਿਗੁਰੂ ਜੀ ਤੁਸੀਂ ਬਖਸ਼ਣ ਹਾਰ ਹੋ, ਬਖਸ਼ ਲਓ, ਕਿਰਪਾ ਕਰੋ, ਭੁੱਲਾਂ ਨਾ ਚਿਤਾਰੋ, ਮੇਰੇ ਸੋਚ ਤੇ ਸੁਭਾਅ ਨੂੰ ਮੈਨੇਜ ਕਰਨਾ ਸਿਖਾ ਦਿਓ, ਪਾਰ ਉਤਾਰ, ਜੀਵਨ ਸਫਲ ਕਰਨਾ ਸਿਖਾ ਦਿਓ, ਕਿਰਪਾ ਕਰੋ ਵਾਹਿਗੁਰੂ ਜੀ। ਫਿਰ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਾਹਮਣੇ ਦੋ ਤਰ੍ਹਾਂ ਦਾ ਜੀਵਨ ਰੱਖਦੇ ਨੇ, ਇੱਕ ਮਨਮੁਖ ਜੀਵਨ, ਇੱਕ ਗੁਰਮੁਖ ਜੀਵਨ। ਗੁਰਮੁਖ ਜੀਵਨ ਸਾਡਾ ਵਿਜ਼ਨ ਹੈ, ਸਾਡਾ ਟਾਰਗੇਟ ਹੈ, ਅਸੀਂ ਪ੍ਰਾਪਤ ਕਰਨਾ ਹੈ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ। ਮਨਮੁਖਤਾਈ, ਮਨਮਤ ਆਪਣੇ ਅੰਦਰੋਂ ਕੱਢਣੀ ਹੈ। ਆਖੋ
ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ। ਇਹ ਜਿਹੜਾ ਮਨ ਹੈ ਨਾ, ਇਹ ਲੂਣ ਹਰਾਮੀ ਹੈ। ਲੂਣ ਹਰਾਮੀ ਦੇ ਅਰਥ ਹੈ ਵਾਹਿਗੁਰੂ ਜੀ ਤੋਂ ਦਾਤਾਂ ਪ੍ਰਾਪਤ ਕਰਦਾ ਹੈ ਤੇ ਨਾ ਸ਼ੁਕਰਾ ਹੋ ਜਾਂਦਾ ਹੈ। ਉਹਨਾਂ ਦਾਤਾਂ ਨੂੰ ਆਪਣੀਆਂ ਸਮਝਦਾ ਹੈ। ਅਸੀਂ ਕਹੀ ਜੋ ਮਰਜ਼ੀ ਜਾਈਏ, ਆਪਣੇ ਮਨ ਦੀ ਪੜਚੋਲ ਕਰਕੇ ਦੇਖੀਏ, ਮਨ ਰੱਬ ਦੀਆਂ ਦਾਤਾਂ ਨੂੰ ਆਪਣੀਆਂ ਸਮਝਦਾ ਹੈ। ਔਰ ਇਹ ਆਦਤ ਐਸੀ ਗਹਿਰੀ ਪੱਕ ਗਈ ਹੈ, ਸਾਡੀ ਜ਼ੁਬਾਨ 'ਚ ਆਮ ਹੀ ਚੱਲ ਰਹੀ ਹੈ, ਕਿਉਂਕਿ ਉੱਪਰ ਲਿਖਿਆ ਕਿਤੇ ਨਾ ਛੁੱਟੀ ਖਿਨ ਖਿਨ ਭੁੱਲਣ ਹਾਰ ਕੇ ਹੈ ਨਾ। ਦੇਖੋ, ਸਾਡੇ ਅੰਦਰ ਦੋ ਵਿਚਾਰਧਾਰਾ ਨੇ। ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ, ਹਰ ਕੋਈ ਸਹਿਮਤ ਹੋਏਗਾ ਵੀ ਜਿਹੜੀ ਦਸਤਾਰ ਹੈ ਨਾ, ਇਹ ਗੁਰੂ ਦੀ ਦਸਤਾਰ ਹੈ ਨਾ। ਹਰ ਕੋਈ ਕਹਿੰਦਾ ਹਾਂਜੀ, ਗੁਰੂ ਦੀ ਦਸਤਾਰ ਹੈ। ਇਹ ਗੁਰੂ ਕਲਗੀਧਰ ਸਾਹਿਬ ਜੀ ਦਾ ਦਿੱਤਾ ਹੋਇਆ ਤਾਜ ਹੈ ਨਾ, ਧੰਨ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਤਾਜ ਹੈ ਨਾ। ਕਹਿੰਦੇ ਹਾਂਜੀ, ਗੁਰੂ ਦਾ ਤਾਜ ਹੈ। ਤੇ ਸਵੇਰੇ ਉੱਠ ਕੇ ਮਨ ਕੀ ਕਹਿੰਦਾ, ਮੇਰੀ ਦਸਤਾਰ ਹੈ। ਮਨ ਨਾ ਸ਼ੁਕਰਾ ਹੈ, ਆਖੋ ਵਾਹਿਗੁਰੂ। ਗੁਨਾਹਗਾਰ ਹੈ, ਸੁਭਾਅ ਵਿੱਚ ਸੋਚ ਵਿੱਚ ਭੁੱਲਾਂ ਨੇ। ਬੇਗਾਨਾ, ਇਹ ਰੱਬ ਦੇ ਨਾਲ ਬੇਗਾਨਗੀ ਵਾਲਾ ਰਿਸ਼ਤਾ ਜੋੜੀ ਬੈਠਾ ਹੈ। ਆਪਣੇ ਆਪ ਨੂੰ ਕਿਤੇ ਹੋਰ ਤੇ ਰੱਬ ਨੂੰ ਕਿਤੇ ਹੋਰ ਮੰਨੀ ਬੈਠਾ ਬੇਗਾਨਾ। ਰੱਬ ਦੇ ਮਾਰਗ ਨੂੰ ਕਹਿੰਦਾ ਦੇਖੀ ਜਾਏਗੀ ਜਦੋਂ ਟਾਈਮ ਨਿਕਲੇਗਾ। ਤੇ ਜੋ ਰੱਬ ਦੀ ਯਾਦ ਅੰਦਰੋਂ ਭੁਲਾਉਣ ਵਾਲੀ ਉਲਝਣ ਤਾਣੀ ਹੈ, ਜੋ ਰੱਬ ਦੇ ਮਾਰਗ ਤੇ ਤੁਰਨ ਤੋਂ ਰੋਕਣ ਵਾਲੀ ਉਲਝਣ ਤਾਣੀ ਹੈ, ਉਸ ਨੂੰ ਆਪਣੀ ਗੂੜੀ ਸਾਂਝ ਪਾ ਕੇ ਉਹਦੇ ਵਿੱਚ ਲਪਟਿਆ ਹੋਇਆ ਮਨ। ਅਲਪਮਤ, ਕਿਉਂਕਿ ਇਹਦੀ ਸੋਚ ਛੋਟੀ ਹੈ, ਸੁੰਗੜੀ ਹੋਈ ਸੋਚ ਹੈ, ਸੈਲਫਿਸ਼ ਹੈ। ਇਹਨੂੰ ਆਪਣੇ ਆਪਣੇ ਪਰਿਵਾਰ ਦੇ, ਆਪਣੇ ਬੱਚਿਆਂ ਦੇ ਸਰੀਰਕ ਸੁੱਖ ਸਹੂਲਤਾਂ ਤੋਂ ਅੱਗੇ ਕੁਝ ਦਿਸਦਾ ਹੀ ਨਹੀਂ, ਆਖੋ ਵਾਹਿਗੁਰੂ। ਸੈਲਫਿਸ਼ ਹੋ ਗਿਆ, ਅਲਪਮਤ ਹੈ। ਜੀਓ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤਤ। ਜਿਸ ਵਾਹਿਗੁਰੂ ਜੀ ਨੇ ਇਹ ਜੀਵਨ ਦਿੱਤਾ, ਜੀਓ ਪਿੰਡ ਦੇ ਅਰਥ ਹੈ ਸਰੀਰ ਦਿੱਤਾ। ਇੱਥੇ ਸੁੱਖ ਦੇ ਅਰਥ ਹੈ ਸੁੱਖ ਸਹੂਲਤਾਂ, ਫੈਸਿਲਿਟੀ, ਲਗਜ਼ਰੀ, ਜ਼ਿੰਦਗੀ ਜਿਉਣ ਦੀਆਂ, ਪਰਿਵਾਰਕ ਜੀਵਨ ਜਿਉਣ ਦੀਆਂ ਲੋੜਾਂ ਪੂਰੀਆਂ ਕੀਤੀਆਂ, ਸੁੱਖ ਸਾਧਨ ਦਿੱਤੇ। ਫਿਰ ਅਸਲੀ ਤੱਤ ਨੂੰ ਸਮਝ ਨਹੀਂ ਰਿਹਾ, ਆਖੋ ਵਾਹਿਗੁਰੂ। ਅਸਲੀਅਤ ਨੂੰ ਸਮਝ ਨਹੀਂ ਰਿਹਾ, ਅਸਲੀ ਮਾਰਗ ਨੂੰ। ਇਹ ਬੇਗਾਨਗੀ ਦੀ ਭਾਵਨਾ ਨਾਲ ਦੇਖੀ ਜਾਂਦਾ। ਕੋਈ ਗੱਲ ਨਹੀਂ, ਦੇਖੀ ਜਾਏਗੀ ਜਦੋਂ ਟਾਈਮ ਹੋਏਗਾ। ਲਾਹਾ ਮਾਇਆ ਕਾਰਣੇ ਦਹਦਿਸ ਢੂੰਡਣ ਜਾਏ। ਇੱਥੇ ਮਾਇਆ ਦੇ ਅਰਥ ਦੁਨਿਆਵੀ ਪ੍ਰਾਪਤੀਆਂ, ਪੈਸਾ, ਪ੍ਰੋਪਰਟੀ। ਹੋਰ ਵਧਾ ਲਵਾਂ, ਹੋਰ ਵਧਾ ਲਵਾਂ, ਲਾਹਾ ਪ੍ਰੋਫਿਟ। ਬਹੁਤ ਸਾਰਾ ਪੈਸਾ ਹੋਵੇ, ਬਹੁਤ ਸਾਰੀ ਪ੍ਰੋਪਰਟੀ ਹੋਵੇ, ਰੱਜਦਾ ਹੀ ਨਹੀਂ। ਲਾਹਾ ਮਾਇਆ ਕਾਰਣੇ ਦਹਦਿਸ ਢੂੰਡਣ ਜਾਏ। ਇਹ ਹਰ ਤਰ੍ਹਾਂ ਦੇ ਯਤਨ ਕਰ ਰਿਹਾ ਔਰ ਉਹਦੇ 'ਚ ਉਲਝਿਆ ਹੋਇਆ ਆਪਾ ਵਾਰੀ ਜਾ ਰਿਹਾ। ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਵਸਾਏ। ਇਹ ਮਨ ਉਸ ਉਲਝਣ ਤਾਣੀ ਦੀਆਂ ਵਿਚਾਰਾਂ ਹਰ ਵੇਲੇ ਅੰਦਰ ਚੱਲਦੀਆਂ ਨੇ, ਚਿੰਤਾਵਾਂ ਚੱਲਦੀਆਂ ਨੇ, ਸੋਚਾਂ ਚੱਲਦੀਆਂ ਨੇ। ਉਸ ਉਲਝਣ ਤਾਣੀ ਵਿੱਚ ਫਸਿਆ ਹੋਇਆ ਜੋ ਦੇਵਨਹਾਰ ਦਾਤਾਰ ਵਾਹਿਗੁਰੂ ਜੀ ਨੇ। ਉਸ ਵਾਲੇ, ਉਸ ਮਾਰਗ ਤੇ ਤੁਰਨਾ, ਉਹਦੀ ਬਖਸ਼ਿਸ਼ ਲੈਣ ਲਈ ਯਤਨ ਕਰਨਾ, ਇੱਕ ਨਿਮਖ ਮਾਤਰ ਵੀ ਅੰਦਰ ਯੋਜਨਾ ਨਹੀਂ ਬਣਾ ਰਿਹਾ। ਨਿਮਖ ਮਾਤਰ ਵੀ ਆਪਾ ਵਾਰਨ ਦੇ ਲਈ ਸੋਚ ਨਹੀਂ ਰਿਹਾ। ਕਿਉਂਕਿ ਜਿਹੜਾ ਮਨ ਹੈ ਨਾ, ਲਾਲਚ, ਝੂਠ, ਬੇਕਾਰ, ਮੋਹ, ਆ ਸੰਪਾ ਮਨ ਮਾਹੇ, ਇਹਨੇ ਕੁਸੰਗ ਕੀਤਾ, ਕੁਸੰਗੀ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਉਹਦਾ ਅਸਰ ਇਹਦੇ ਤੇ ਪਿਆ। ਇਹਨੇ ਅੰਦਰ ਬਹੁਤ ਸਾਰੀ ਸੰਸਕਾਰਾਂ ਦੀ ਸੰਪਤੀ ਇਕੱਠੀ ਕਰ ਲਈ, ਸੰਪਾ ਹੈ। ਬਹੁਤ ਸਾਰੇ ਸੰਸਕਾਰ, ਇਹਦੀ ਸੋਚ, ਆਈਡੀਓਲੋਜੀ ਪਤਾ ਕਿਸ ਤਰ੍ਹਾਂ ਦੀ ਬਣ ਗਈ। ਇੱਕ ਤੇ ਲਾਲਚ, ਆਪਾ ਵਾਰੀ ਜਾ ਰਿਹਾ ਉਸ ਤ੍ਰਿਸ਼ਨਾ ਦੇ ਪਿੱਛੇ, ਉਸ ਲੋਭ ਦੇ ਪਿੱਛੇ। ਉਹ ਜਿਸ ਪਿੱਛੇ ਸਭ ਕੁਝ ਲਾਈ ਜਾ ਰਿਹਾ ਉਹ ਝੂਠ ਹੈ। ਉਹਨੇ ਹਰ ਵੇਲੇ, ਹਰ ਥਾਂ ਤੇ, ਹਰ ਸਿਚੁਏਸ਼ਨ ਵਿੱਚ ਉਹਨੇ ਸਾਥ ਨਹੀਂ ਦੇਣਾ। ਜੋ ਹਰ ਸਿਚੁਏਸ਼ਨ ਵਿੱਚ ਸਾਥ ਨਹੀਂ ਦਿੰਦਾ ਉਹ ਝੂਠ ਹੈ। ਜੋ ਹਰ ਸਿਚੁਏਸ਼ਨ ਵਿੱਚ ਸਾਥ ਦੇਣ ਵਾਲਾ ਹੈ ਉਹ ਸੱਚ ਹੈ, ਆਖੋ ਵਾਹਿਗੁਰੂ। ਇਹਦੇ 'ਚ ਇਹਦੇ ਅੰਦਰ ਵਿਕਾਰੀ ਬਿਰਤੀਆਂ ਪੈਦਾ ਹੁੰਦੀਆਂ ਨੇ। ਕ੍ਰੋਧੀ ਹੁੰਦਾ ਹੈ, ਇਹ ਹੰਕਾਰੀ ਹੋ ਰਿਹਾ ਹੈ, ਲੋਭੀ ਹੋ ਰਿਹਾ ਹੈ। ਇਹਨਾਂ ਆਦਤਾਂ ਦੇ ਨਾਲ ਮੋਹ ਪਾਈ ਬੈਠਾ, ਆਖੋ ਵਾਹਿਗੁਰੂ। ਆਹ ਸਾਰਾ ਕੁਝ ਇਹਦੇ ਮਨ ਵਿੱਚ, ਸੁਭਾਅ ਵਿੱਚ ਹੈ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਵਿਹਾਏ। ਤੇ ਇਹਦਾ ਸੰਗ ਉੱਠਣੀ ਬੈਠਣੀ ਕਿਹਨਾਂ ਨਾਲ ਹੈ? ਜਿਹੜੇ ਲੰਪਟ,
ਜਿਹੜੇ ਵਿਕਾਰਾਂ ਦੇ ਵਿੱਚ, ਲੋਭ ਲਾਲਚ ਦੇ ਵਿੱਚ ਲਪਟੇ ਹੋਏ ਨੇ, ਜਿਹੜੇ ਕਹਿੰਦੇ ਨੇ ਪੈਸਾ ਹੀ ਸਭ ਕੁਛ ਹੈ, ਪ੍ਰਾਪਰਟੀ ਹੀ ਸਭ ਕੁਛ ਹੈ, ਉਹਨਾਂ ਨਾਲ ਉੱਠਣੀ ਬੈਠਣੀ ਹੈ, ਨਿੰਦਕਾਂ ਨਾਲ ਉੱਠਣੀ ਬੈਠਣੀ ਹੈ, ਚੋਰ ਬਿਰਤੀ, ਟੈਕਸ ਚੋਰੀ ਕਰਨੀ ਵੀ ਚੋਰ ਬਿਰਤੀ ਹੈ, ਆਖੋ ਵਾਹਿਗੁਰੂ। ਗਲਤ ਤਰੀਕੇ ਨਾਲ ਪੈਸਾ ਕਮਾਉਣਾ ਵੀ ਚੋਰ ਬਿਰਤੀ ਹੈ। ਇਸ ਤਰ੍ਹਾਂ ਦੇ ਮਨੁੱਖ ਕੁਸੰਗੀ ਤੇ ਕੁਸੰਗੀ ਸੁਭਾਅ ਦੇ ਨਾਲ ਇਹਦਾ ਸੰਗ ਚੱਲ ਰਿਹਾ, ਆਖੋ ਵਾਹਿਗੁਰੂ। ਪਰ ਇੱਕ ਉਮੀਦ ਹੈ, ਤੁਧ ਭਾਵੈ ਤਾਂ ਬਖਸ਼ ਲੈਹਿ ਖੋਟੇ ਸੰਗ ਖਰੇ। ਜੇ ਇਹ ਖੋਟੇ ਸੰਗ ਖਰੇ, ਇਹ ਖੋਟਾ ਸੁਭਾਅ ਜੇ ਖਰੇ ਸੁਭਾਅ ਦਾ ਸੰਗ ਕਰੇ, ਚੰਗੇ ਗੁਰਸਿੱਖਾਂ ਦੇ ਨਾਲ ਉੱਠਣੀ ਬੈਠਣੀ ਹੋਵੇ, ਤੇ ਸਭ ਤੋਂ ਖਰੇ ਸੁਭਾਅ ਵਾਲੇ ਗੁਰੂ ਪਾਤਸ਼ਾਹ ਦੇ ਉਪਦੇਸ਼ ਦਾ ਸੰਗ ਕਰੇ, ਸੱਚੇ ਗਿਆਨ ਦਾ ਸੰਗ ਕਰੇ, ਤਾਂ ਇਹ ਸੋਚ ਸੁਭਾਅ ਵਿੱਚੋਂ ਆਦਤਾਂ ਨਿਕਲ ਸਕਦੀਆਂ ਤੇ ਇਹਨੂੰ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ, ਆਖੋ ਵਾਹਿਗੁਰੂ। ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ। ਜੇ ਵਾਹਿਗੁਰੂ ਜੀ ਦੇ ਨਿਯਮ ਅਨੁਸਾਰ ਸੁਭਾਅ ਸੋਚ ਬਣ ਜਾਵੇ ਨਾ, ਤੇ ਜਿਵੇਂ ਪੱਥਰ ਪਾਣੀ ਤੇ ਤਰਦਾ ਹੈ ਨਾ, ਪੱਥਰ ਤਾਂ ਨਹੀਂ ਕਦੀ ਤਰਦਾ ਹੁੰਦਾ, ਇਹ ਗੱਲ ਯਾਦ ਰੱਖਿਓ। ਇਹ ਇਸ਼ਾਰੇ ਦਿੱਤੇ ਗਏ ਨੇ, ਰਮਜ਼ਾਂ ਸਮਝਣੀਆਂ ਨੇ, ਐਵੇਂ ਕਰਮਕਾਂਡੀ ਸਟੋਰੀਆਂ ਨਹੀਂ ਬਣਾਉਣੀਆਂ। ਉਹ ਜੀ ਇਦਾਂ ਹੋਇਆ ਜੀ, ਪੱਥਰ ਤਰ ਗਿਆ ਜੀ। ਇਹ ਸਟੋਰੀਆਂ ਹਿੰਦੂਇਜ਼ਮ ਦਾ ਵਿਸ਼ਵਾਸ ਹੋਏਗਾ, ਗੁਰਮਤ ਦਾ ਨਹੀਂ ਹੈ। ਹੋਰ ਮਤਾਂ ਵਾਲਿਆਂ ਦਾ ਹੋ ਸਕਦਾ ਹੈ, ਗੁਰਮਤ ਦਾ ਨਹੀਂ ਹੈ। ਗੁਰਮਤ ਦਾ ਵਿਸ਼ਵਾਸ ਇਹ ਹੈ ਕਿ ਜਿਹੜਾ ਮਨ ਪੱਥਰ ਹੋ ਗਿਆ ਨਾ, ਪੱਥਰ ਮਨ ਦੀ ਨਿਸ਼ਾਨੀ ਭਾਈ ਗੁਰਦਾਸ ਜੀ ਲਿਖਦੇ ਨੇ, ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾਲ ਅੰਦਰ ਆਣਾ ਹੈ। ਗੁਰੂ ਦੀ ਬਾਣੀ ਸੁਣਦਾ ਸੰਗਤ ਵਿੱਚ, ਉਪਦੇਸ਼ ਅੰਦਰ ਨਹੀਂ ਵਸਦਾ, ਉਹ ਪੱਥਰ ਹੈ ਤੇ ਉਹ ਵੀ ਤਰ ਜਾਂਦਾ ਹੈ। ਨੀਰ ਇੱਥੇ ਅਰਥ ਪਾਣੀ ਹੈ, ਪਾਣੀ ਦੇ ਰਮਜ਼ ਹੈ। ਆ ਜਿਹੜੀਆਂ ਬੇਕਾਰੀ ਉੱਪਰ ਦੱਸਿਆ ਗਿਆ ਨਾ, ਸੁਭਾਅ ਦੀਆਂ ਕਮਜ਼ੋਰੀਆਂ, ਕੁਸੰਗੀ ਸੁਭਾਅ, ਉਹਦੇ ਵਿਚਾਰਾਂ ਸੋਚਾਂ ਵਿੱਚ ਡੁੱਬਣ ਤੋਂ ਇਹ ਪੱਥਰ ਮਨ ਤਰ ਜਾਂਦਾ, ਆਖੋ ਵਾਹਿਗੁਰੂ। ਸ਼ਲੋਕ ਅਗਲੀ 53ਵੀਂ ਪੌੜੀ ਦੇ ਨਾਲ ਇਹ ਸ਼ਲੋਕ ਹੈ। ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਮਨੁੱਖ ਦਾ ਜੀਵਨ ਕਿਵੇਂ ਚੱਲ ਰਿਹਾ ਹੈ? ਇਹ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਦਾ ਹੈ, ਖਾਂਦਾ ਹੈ, ਪੀਂਦਾ ਹੈ, ਖੇਡਦਾ ਹੈ, ਹੱਸਦਾ ਹੈ ਤੇ ਭਰਮ ਵਿੱਚ ਜੀਵਨ ਜਿਉ ਰਿਹਾ, ਆਖੋ ਵਾਹਿਗੁਰੂ। ਇਹਨੂੰ ਸਭ ਕੁਝ ਮੰਨੀ ਬੈਠਾ ਹੈ, ਅਸਲੀ ਆਤਮਿਕ ਸੁੱਖ ਪਤਾ ਨਹੀਂ। ਗੁਰੂ ਦੇ ਲਈ ਆਪਾ ਵਾਰ ਦੇਣਾ, ਰੱਬ ਦੇ ਲਈ ਆਪਾ ਵਾਰ ਦੇਣਾ, ਉਹਦੀ ਜਿਹੜੀ ਸੰਤੁਸ਼ਟੀ ਆਨੰਦ ਹੈ, ਉਹ ਇਹਨੇ ਰਸ ਚੱਖਿਆ ਨਹੀਂ, ਇਹਦੀ ਜ਼ਿੰਦਗੀ 'ਚ ਆਇਆ ਨਹੀਂ। ਇਹਦੇ ਅੰਦਰ ਕਦੀ ਨਫ਼ਰਤ ਦਾ ਜਨਮ ਹੋਇਆ, ਕਦੀ ਹੰਕਾਰ ਦਾ ਜਨਮ ਹੋਇਆ, ਕਦੀ ਕ੍ਰੋਧ ਦਾ ਜਨਮ ਹੋਇਆ, ਕਦੀ ਲੋਭ ਦਾ ਜਨਮ ਹੋਇਆ, ਕਦੀ ਨਿੰਦਾ ਦਾ ਜਨਮ ਹੋਇਆ, ਕਦੀ ਨਫ਼ਰਤ ਦਾ ਜਨਮ ਹੋਇਆ। ਇੱਦਾਂ ਬੁਰੀਆਂ ਆਦਤਾਂ ਦੇ ਜਨਮ ਅਨੇਕਾਂ ਹੀ ਇਹਦੇ ਅੰਦਰ ਜਿਉਂ-ਜਿਉਂ ਪੈਦਾ ਹੁੰਦੇ ਗਏ, ਇਹਦਾ ਸੁਭਾਅ ਕੁਸੰਗੀ ਬਣਦਾ ਗਿਆ ਤੇ ਇਹ ਜੀਵਨ ਭਰਮ ਵਿੱਚ ਡੁੱਬਦਾ ਗਿਆ, ਆਖੋ ਵਾਹਿਗੁਰੂ। ਭਵ ਜਲ ਤੇ ਕਾਢਹੁ ਪ੍ਰਭੂ, ਨਾਨਕ ਤੇਰੀ ਟੇਕ। ਹੈ ਨਾਨਕ ਜੀ, ਨਾਨਕ ਜੀ ਆਖਦੇ ਨੇ, ਨਾਨਕ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਇਹ ਵਾਹਿਗੁਰੂ ਜੀ ਤੁਹਾਡੇ ਤੇ ਹੀ ਭਰੋਸਾ ਹੈ। ਤੁਸੀਂ ਇਸ ਸੰਸਾਰ ਸਮੁੰਦਰ ਦੇ ਵਿਚਾਰਾਂ ਸੋਚਾਂ ਦੀਆਂ ਲਹਿਰਾਂ ਤੋਂ ਪਾਰ ਕਰ ਸਕਦੇ ਹੋ ਤੇ ਪ੍ਰੋਸੈਸ ਸਾਨੂੰ ਗੁਰਬਾਣੀ ਦੱਸ ਰਹੀ ਹੈ, ਗੁਰੂ ਦੇ ਉਪਦੇਸ਼ ਰਾਹੀਂ, ਆਖੋ ਵਾਹਿਗੁਰੂ। ਕਿਉਂਕਿ ਵਾਹਿਗੁਰੂ ਜੀ ਨੇ ਜਦੋਂ ਸਾਡੇ ਤੇ ਬਖਸ਼ਿਸ਼ ਕਰਨੀ ਹੈ, ਵਾਹਿਗੁਰੂ ਜੀ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਚਾ ਗਿਆਨ ਬਣ ਕੇ ਬੈਠੇ ਨੇ, ਉਥੋਂ ਦੀਦਾਰ ਹੋਣੇ ਨੇ, ਆਖੋ ਵਾਹਿਗੁਰੂ। ਗੁਰ ਗਿਆਨ ਦੇ, ਸੱਚੇ ਗਿਆਨ ਦੇ, ਗੁਰ ਸਰੂਪ ਦੇ, ਰੱਬੀ ਬਾਣੀ ਦੇ, ਰੱਬ ਦੀ ਆਵਾਜ਼ ਦੇ, ਸਤਿਗੁਰ ਸਰੂਪ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਉਪਦੇਸ਼ ਬਣ ਕੇ ਦੀਦਾਰ ਹੋਣੇ ਨੇ। ਜਦੋਂ ਉਸ ਉਪਦੇਸ਼ ਰੂਪੀ ਗਿਆਨ ਦੇ ਚਾਨਣ ਰਾਹੀਂ ਸੋਚ ਸੁਭਾਅ ਨੂੰ ਪੜਚੋਲੇਗਾ, ਪਰਖੇਗਾ, ਇਹਨੂੰ ਸਵਾਰੇਗਾ, ਸ਼ਿੰਗਾਰੇਗਾ, ਫਿਰ ਤੈਨੂੰ ਹਰ ਥਾਂ ਤੇ ਹਰ ਵਰਤਾਰੇ ਵਿੱਚੋਂ ਰੱਬ ਸੱਚਾ ਗਿਆਨ ਬਣ ਕੇ ਦੀਦਾਰ ਦੇਵੇਗਾ, ਆਖੋ। ਇਹ ਪ੍ਰੋਸੈਸ ਹੈ। ਪੌੜੀ ਖੇਲਤ ਖੇਲਤੇ ਆਇਓ, ਅਨਕ ਜੋਨ ਦੁੱਖ ਪਾਏ। ਇਹ ਜ਼ਿੰਦਗੀ ਦੀ ਖੇਡ ਖੇਡਦੇ ਆ, ਇੱਕ ਨੀ ਦੋ ਨੀ ਅਣਗਿਣਤ ਵਾਰੀ ਮਨ ਪਸ਼ੂ ਪ੍ਰਵਿਰਤੀਆਂ ਦੀ ਜੂਨੀ ਵਿੱਚ ਨਿਤ ਜਾਂਦਾ, ਆਖੋ ਵਾਹਿਗੁਰੂ। ਅਨਕ ਜੋਨ ਤੇ ਦੁੱਖ ਸਹੇੜਦਾ ਹੈ। ਕਿਹੜਾ ਦੁੱਖ?
ਜਿੰਨਾ ਇਹ ਪਸ਼ੂ ਪ੍ਰਵਿਰਤੀਆਂ ਦੇ ਵਿੱਚ, ਜਾਨਵਰ ਸੁਭਾਅ ਪ੍ਰਵਿਰਤੀਆਂ ਵਿੱਚ ਜਾਏਗਾ, ਉਨਾ ਹੀ ਇਹਨੂੰ ਇਸ ਪਾਸੇ ਤੁਰਨਾ ਔਖਾ ਲੱਗੇਗਾ। ਉਹੀ ਤੇ ਦੁੱਖ ਹੈ। ਆਖੋ ਵਾਹਿਗੁਰੂ। ਆਉਂਦਾ ਸੇੜਦਾ ਇਹ ਮਨ ਪਸ਼ੂ ਪ੍ਰਵਿਰਤੀ ਆ ਜਾਂਦੇ। ਇੱਕ ਹੋਰ ਦ੍ਰਿਸ਼ਟੀਕੋਣ ਹੈ ਗੁਰਮਤਿ ਦਾ, ਉਹਨੂੰ ਸਮਝਿਓ। ਪਹਿਲਾਂ ਇਹਦੇ ਅਰਥ ਅਨਪੜ੍ਹ ਤਰੀਕੇ ਨਾਲ ਹੋਰ ਤਰ੍ਹਾਂ ਹੀ ਕਰ ਦਿੱਤੇ ਜਾਂਦੇ ਸੀ। ਉਹ ਪੰਕਤੀਆਂ ਨੇ, ਪਸ਼ੂ ਮਰੈ 10 ਕਾਜ ਸਵਾਰੈ, ਨਰੂ ਮਰੈ ਕਿਛ ਕਾਮ ਨਾ ਆਵੈ। ਇਹ ਪੰਜਾਬ ਦੇ ਪਿੰਡਾਂ 'ਚ ਇਹਦੇ ਅਰਥ ਕਰ ਦਿੱਤੇ ਜਾਂਦੇ ਸੀ। ਜੇ ਪਸ਼ੂ ਮਰ ਜਾਂਦਾ ਹੈ ਤਾਂ ਉਹਦੀ ਖੱਲ ਦੀਆਂ ਜੁੱਤੀਆਂ ਬਣ ਜਾਂਦੀਆਂ ਨੇ, ਹਾਥੀ ਦੰਦ ਦਾ ਸਮਾਨ ਬਣ ਜਾਂਦਾ ਹੈ, ਬੰਦਾ ਕਿਸੇ ਕੰਮ ਨਹੀਂ ਆਉਂਦਾ। ਇੱਦਾਂ ਅਟਕਲ ਪੱਚੂ ਅਰਥ ਕਰ ਦਿੱਤੇ ਜਾਂਦੇ ਸੀ, ਇੱਕ ਦੂਜੇ ਤੋਂ ਸੁਣ ਸੁਣਾ ਕੇ। ਪਰ ਅੱਜ ਦੇ ਯੁੱਗ ਵਿੱਚ, ਜਿਨ੍ਹਾਂ ਦੇਸ਼ਾਂ ਵਿੱਚ ਆਪਾਂ ਰਹਿ ਰਹੇ ਹਾਂ, ਜੇ ਆਪਾਂ ਨੂੰ ਕੋਈ ਕਹੇ ਕਿ ਜਦੋਂ ਮਨੁੱਖ ਮਰਦਾ ਤੇ ਕੰਮ ਨਹੀਂ ਆਉਂਦਾ, ਕੌਣ ਕਹਿੰਦਾ ਕੰਮ ਨਹੀਂ ਆਉਂਦਾ? ਅਤੇ ਸਾਰੀ ਬਾਡੀ ਜਿਹੜੀ ਹੈ ਡੋਨੇਟ ਕੀਤੀ ਜਾਂਦੀ ਹੈ, ਔਰ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਆਖੋ ਵਾਹਿਗੁਰੂ। ਸਾਨੂੰ ਸਾਰਿਆਂ ਨੂੰ ਬਾਡੀ ਡੋਨੇਟ ਕਰਨੀ ਚਾਹੀਦੀ ਹੈ। ਕੀ ਕਰਨਾ ਇਹਦਾ? ਮੌਤ ਤੋਂ ਬਾਅਦ ਕੀ ਕਰਨਾ ਹੈ? ਇਹਨੂੰ ਸਾੜ ਹੀ ਦੇਣਾ? ਇਹ ਅੱਖਾਂ ਕਿਸੇ ਦੇ ਕੰਮ ਆਉਂਦੀਆਂ ਨੇ, ਕਿਡਨੀ ਕੰਮ ਆਉਂਦੀ ਹੈ, ਹਾਰਟ ਕੰਮ ਆਉਂਦਾ ਹੈ, ਹੋਰ ਕਿੰਨਾ ਕੁਛ ਹੈ ਜਿਹੜਾ ਕੰਮ ਆਉਂਦਾ ਕਿਸੇ ਦੇ। ਕੌਣ ਕਹਿੰਦਾ ਮਨੁੱਖ ਕੰਮ ਨਹੀਂ ਆਉਂਦਾ? ਉਹਦੇ ਅਰਥ ਇਹ ਨਹੀਂ ਹੈ ਜਿਹੜੇ ਕੀਤੇ ਜਾਂਦੇ, ਕਿਉਂਕਿ ਅਸੀਂ ਫਿਜ਼ੀਕਲ ਫਾਰਮ ਦੇ ਉੱਪਰ ਅਰਥ ਕਰ ਰਹੇ ਹਾਂ। ਇਹ ਤਾਂ ਸੋਚ ਸੁਭਾਅ ਨਾਲ ਸੰਬੰਧਿਤ ਹੈ। ਉੱਥੇ ਪਸ਼ੂ ਮਰੈ 10 ਕਾਜ ਸਵਾਰੈ। ਜੇ ਮਨੁੱਖ ਦੇ ਸੁਭਾਅ ਵਿੱਚ ਪਸ਼ੂਪੁਣਾ ਮਰ ਜਾਵੇ, ਮਨ ਪਸ਼ੂ ਬਣ ਗਿਆ, ਜੇ ਇਹ ਮਰ ਜਾਵੇ ਤੇ ਸਮਾਜ ਦੇ, ਕੌਮ ਦੇ, ਮਨੁੱਖਤਾ ਦੇ 10 ਕਾਰਜ, 10 ਦੇ ਅਰਥ ਹੈ ਬਹੁਤ ਸਾਰੇ ਕਾਰਜ ਸਵਾਰੇਗਾ, ਭਾਵੇਂ ਪਰਉਪਕਾਰੀ ਜੀਵਨ ਹੋਏਗਾ। ਨਰੂ ਮਰੈ ਦੇ ਅਰਥ ਹੈ ਉੱਥੇ ਇਨਸਾਨੀਅਤ ਮਰ ਜਾਵੇ। ਜੇ ਅੰਦਰੋਂ ਆਤਮਿਕ ਜੀਵਨ ਹੀ ਮਰ ਗਿਆ, ਕੁਛ ਕੰਮ ਨਾ ਹੋਵੇ, ਇਹ ਜੀਵਨ ਕਿਸੇ ਕੰਮ ਨਹੀਂ ਆਉਂਦਾ। ਇਸ ਲਈ ਸੋਚ ਸੁਭਾਅ ਤੇ ਲਾਗੂ ਕਰਕੇ ਇਸ ਸਿਧਾਂਤਾਂ ਨੂੰ ਸਮਝਣਾ ਹੈ। ਇਹ ਮਨ ਜ਼ਿੰਦਗੀ ਦੀ ਖੇਲ ਖੇਲਦਾ ਖੇਲਦਾ ਖੇਲਤ ਖੇਲਤ ਆਇਓ। ਜਿਹੜਾ ਖੇਲ, ਜਿਹੜੀ ਉੱਤੇ ਦੱਸੀ ਹੈ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਤੇ ਭਰਮ ਦੇ ਵਿੱਚ ਇਹਦੇ ਅੰਦਰ ਅਨੇਕਾਂ ਤਰ੍ਹਾਂ ਦੇ ਔਗਣਾਂ ਦਾ ਜਿਹੜਾ ਜਨਮ ਹੁੰਦਾ ਸੀ ਨਾ, ਉਹ ਅਨੇਕਾਂ ਤਰ੍ਹਾਂ ਦੇ ਮਨ ਜੂਨੀ 'ਚ ਜਾਂਦਾ। ਜਿਹੜਾ ਵੀ ਔਗਣ ਪੈਦਾ ਹੁੰਦਾ ਹੈ, ਮਨ ਕਿਸੇ ਪਸ਼ੂ ਜਾਨਵਰ ਦੀ ਜੂਨੀ 'ਚ ਜਾਂਦਾ ਹੈ। ਇਹ ਮਨ ਉਦੋਂ ਇਨਸਾਨੀਅਤ ਵਿੱਚ ਨਹੀਂ ਹੁੰਦਾ। ਦੁੱਖ ਸੇੜ ਰਿਹਾ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸੁਨਾਏ। ਜਦੋਂ ਗੁਰੂ ਦਾ ਮਿਲਾਪ ਹੁੰਦਾ ਨਾ, ਫਿਰ ਗੁਰੂ ਸਾਹਿਬ ਰੱਬ ਦੀ ਆਵਾਜ਼, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰੱਬ ਦੀ ਆਵਾਜ਼ ਹੈ ਨਾ, ਜੇ ਇਹ ਸੋਚ ਕੇ ਬਾਣੀ ਪੜ੍ਹਨੀ ਸੁਣਨੀ ਹੈ ਨਾ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜਿਹੜੀ ਆਵਾਜ਼ ਹੈ ਉਹ ਸਤਿਗੁਰ ਸਰੂਪ ਹੈ। ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਸਾਧੂ ਸਤਿਗੁਰ ਸਰੂਪ ਅੰਦਰ ਰੱਬ ਦੀ ਆਵਾਜ਼ ਹੈ, ਸੱਚਾ ਗਿਆਨ ਹੈ, ਉਹਦੇ ਬਚਨ ਉਪਦੇਸ਼ ਹੈ। ਜਦੋਂ ਉਪਦੇਸ਼ ਵਿੱਚ ਮਨ ਸਮਾ ਜਾਏਗਾ ਨਾ, ਭਾਵ ਮੰਨੇਗਾ, ਫਿਰ ਇਹਦੇ ਖੇਦ ਸਾਰੇ ਔਗਣ ਮਿਟਦੇ ਨੇ। ਆਖੋ ਵਾਹਿਗੁਰੂ। ਹਿਮਾ ਗਹੀ ਸੱਚ ਸੰਚਿਓ ਆਇਓ ਅੰਮ੍ਰਿਤ ਨਾਮ। ਪਹਿਲਾਂ ਇਹਦੇ ਅੰਦਰ ਖਿਮਾ ਆਉਂਦੀ ਹੈ, ਮੁਆਫ ਕਰਨ ਦਾ ਮਾਦਾ। ਕਿਸੇ ਦੀ ਭੁੱਲ ਦੇਖੀ ਹੈ ਤੂੰ, ਕਿਸੇ ਦੀ ਕਮਜ਼ੋਰੀ ਦੇਖੀ ਹੈ, ਉਹਦੀ ਪੰਡ ਬਣਾ ਕੇ ਆਪਣੀ ਚੇਤਾ ਸ਼ਕਤੀ ਤੇ ਕਿਉਂ ਰੱਖ ਲਈ ਹੈ? ਖਿਮਾ ਕਰਨੀ ਸਿੱਖ। ਆਖੋ ਵਾਹਿਗੁਰੂ। ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ, ਘਰਾਂ ਦੇ ਵਿੱਚ ਵੀ ਸਾਨੂੰ ਪਰਿਵਾਰਕ ਮੈਂਬਰਾਂ ਨੂੰ ਖਿਮਾ ਨਹੀਂ ਕਰਨਾ ਆਉਂਦਾ, ਇੱਕ ਦੂਜੇ ਨੂੰ ਮਾਫ ਨਹੀਂ ਕਰਨਾ ਆਉਂਦਾ। ਉਲਝੀ ਹੋਈ ਹੈ ਤਾਣੀ, ਸਭ ਨੂੰ ਪਤਾ ਹੈ। ਗੁਰਬਾਣੀ ਅਨੁਸਾਰ ਜੇ ਘਰਾਂ ਦੀ ਤਾਣੀ ਉਲਝੀ ਹੋਈ ਸੁਲਝਣ ਲੱਗ ਪਈ ਨਾ, ਸਮਾਜ ਦਾ ਤਾਣਾ ਬਾਣਾ ਆਪੇ ਸੁਲਝ ਜਾਏਗਾ। ਇਹਨੂੰ ਹੋਰ ਵੀ ਅਗਲੀ ਗੱਲ ਕਹਿਣੀ ਹੋਵੇ, ਜਿਸ ਦਿਨ ਸਾਨੂੰ ਇਹ ਸਮਝ ਪੈਗੀ ਕਿ ਜਦੋਂ ਸਾਡੇ ਅੰਦਰ ਸੋਚ ਤੇ ਸੁਭਾਅ ਦਾ ਤਾਣਾ ਬਾਣਾ ਸੁਲਝ ਗਿਆ ਨਾ, ਘਰ ਦਾ ਮਾਹੌਲ ਸੁਲਝ ਜਾਏਗਾ, ਬਾਹਰ ਸਾਰਾ ਕੁਝ ਸੁਲਝ ਜਾਏਗਾ। ਘਰ ਦਾ ਕੋਈ ਵੀ ਮੈਂਬਰ ਘਰ ਦੇ ਤਾਣੇ ਬਾਣੇ ਨੂੰ ਉਲਝਾ ਦਿੰਦਾ ਹੈ। ਪਿਤਾ ਵੀ ਹੋ ਸਕਦਾ ਹੈ, ਉਹ ਮਾਂ ਵੀ ਹੋ ਸਕਦੀ ਹੈ, ਹੋ ਸਕਦਾ ਪਤੀ ਨੇ ਤਾਣਾ ਬਾਣਾ ਉਲਝਾਤਾ, ਹੋ ਸਕਦਾ ਪਤਨੀ ਨੇ ਉਲਝਾ ਦਿੱਤਾ, ਹੋ ਸਕਦਾ ਪੁੱਤ ਨੇ ਤਾਣਾ ਬਾਣਾ ਉਲਝਾ ਦਿੱਤਾ, ਹੋ ਸਕਦਾ ਧੀ ਨੇ ਤਾਣਾ ਬਾਣਾ ਉਲਝਾ ਦਿੱਤਾ। ਜਿਹਨੇ ਵੀ ਉਹ ਤਾਣਾ ਬਾਣਾ ਉਲਝਾਇਆ ਹੈ, ਉਹਦੇ ਅੰਦਰ ਉਲਝਣ ਤਾਣੀ ਹੈ ਸੋਚ ਸੁਭਾਅ ਵਿੱਚ। ਤੇ ਸਾਨੂੰ ਖਿਮਾ ਕਰਨ ਦਾ, ਮਾਫ ਕਰਨ ਦਾ ਮਾਦਾ ਹੋਵੇ। ਆਖੋ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਖਿਮਾ ਗਹੀ ਸੱਚ ਸੰਚਿਓ, ਉਹਨਾਂ ਨੇ ਸੱਚ ਦਾ ਗਿਆਨ, ਸੱਚ ਦਾ ਰਸ ਆਪਣੇ ਅੰਦਰ ਸੰਚਿਆ, ਇਕੱਠਾ ਕੀਤਾ। ਉਹਦੇ 'ਚੋਂ ਜਿਹੜਾ ਰਸ ਮਿਲਦਾ ਨਾ, ਗੁਰ ਉਪਦੇਸ਼ 'ਚੋਂ, ਗਿਆਨ ਰੂਪੀ ਨਾਮ ਵਿੱਚੋਂ, ਉਹ ਜੋ ਸੱਚ ਹੈ ਉਹ ਅੰਮ੍ਰਿਤ ਰਸ ਹੈ। ਉਸ ਮਨ ਨੇ ਖਾਏ, ਉਹਦੇ ਅਰਥ ਹੈ ਉਸ ਮਨ ਨੇ ਮਾਣਿਆ ਉਸ ਰਸ ਨੂੰ।
ਖਰੀ ਕਿਰਪਾ ਠਾਕੁਰ ਭਈ, ਆਨੰਦ ਸੁਖ ਵਿਸ਼ਰਾਮ। ਉਸ ਜੀਵਨ ਤੇ ਉਸ ਸੁਭਾਅ ਤੇ ਖਰੀ ਦੇ ਅਰਥ ਹੈ ਬਹੁਤ ਕਿਰਪਾ ਹੋਈ ਵਾਹਿਗੁਰੂ ਜੀ ਦੀ, ਬਹੁਤ ਬਖਸ਼ਿਸ਼ ਹੋਈ ਠਾਕੁਰ ਮਾਲਕ ਦੀ। ਅੰਦਰ ਆਤਮਿਕ ਆਨੰਦ ਬਣਿਆ, ਅੰਦਰ ਆਤਮਿਕ ਸੁਖ ਮਿਲਿਆ। ਵਿਸ਼ਰਾਮ ਦੇ ਅਰਥ ਹੈ ਅਡੋਲਤਾ, ਅਸਲੀ ਟਿਕਾਣਾ ਮਿਲ ਗਿਆ, ਅਡੋਲ ਹੋ ਕੇ ਜੀਵਨ ਜਿਉਣਾ ਆ ਗਿਆ। ਏਪ ਨਿਵਾਹੀ ਬਹੁਤ ਲਾਭ, ਘਰ ਆਏ ਪਤਵੰਤ। ਏਪ ਨਿਵਾਹੀ, ਉਹਨਾਂ ਨੇ ਵੰਜ਼ ਕੀਤਾ ਗੁਰੂ ਦਾ। ਗੁਰੂ ਤੋਂ ਪਹਿਲਾਂ ਗਿਆਨ ਲਿਆ, ਉਪਦੇਸ਼ ਲਏ, ਫਿਰ ਗੁਣ ਸਿੱਖੇ, ਆਤਮਿਕ ਜੀਵਨ ਸਿੱਖਿਆ, ਬਹੁਤ ਲਾਭ ਪ੍ਰਾਪਤ ਕੀਤਾ ਲਾਹਾ। ਉਹਨਾਂ ਨੂੰ ਗੁਰਮੁਖ ਸੁਭਾਅ ਤੇ ਗੁਰਮਤਿ ਜੀਵਨ ਵਾਲੇ ਅਸਲੀ ਘਰ ਵਿੱਚ ਜਿਉਣਾ ਆ ਗਿਆ। ਉਹ ਮਨ ਜਿਹੜਾ ਭਟਕਦਾ ਫਿਰਦਾ ਸੀ ਔਗਣਾਂ ਵਿਕਾਰਾਂ ਵਿੱਚ, ਇਹ ਮਨ ਗੁਣਾਂ ਦੇ ਵਿੱਚ, ਗਿਆਨ ਦੇ ਵਿੱਚ, ਆਤਮਿਕ ਜੀਵਨ ਵਿੱਚ, ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਵਿੱਚ ਆ ਗਿਆ ਮਨ। ਪਤਵੰਤ, ਇਹ ਬਖਸ਼ਿਸ਼ ਵਾਲਾ ਬਣ ਗਿਆ। ਹਰਾ ਦਿਲਾਸਾ ਗੁਰ ਦੀਆ, ਆਏ ਮਿਲੇ ਭਗਵੰਤ। ਇਸ ਦੇ ਲਈ ਗੁਰ ਸਰੂਪ ਨੇ, ਗੁਰੂ ਦੇ ਉਪਦੇਸ਼ ਨੇ, ਸੱਚੇ ਗਿਆਨ ਨੇ ਬਹੁਤ ਹੌਸਲਾ ਦਿੱਤਾ, ਉਤਸ਼ਾਹ ਦਿੱਤਾ, ਹੁਲਾਰੇ ਦਿੱਤੇ, ਮਿੱਠੇ ਮਿੱਠੇ ਹਲੂਣੇ ਦਿੱਤੇ ਮੇਰੇ ਗੁਰੂ ਪਾਤਸ਼ਾਹ ਨੇ। ਤੇ ਵਾਹਿਗੁਰੂ ਜੀ ਦਾ ਮਿਲਾਪ ਹੋਇਆ। ਹਰ ਵਰਤਾਰੇ ਵਿੱਚੋਂ ਰੱਬ ਸੱਚਾ ਗਿਆਨ ਬਣ ਕੇ ਦਰਸ਼ਨ ਹੋਣ ਲੱਗ ਪਏ। ਹਰ ਇੱਕ ਦੇ ਵਿੱਚੋਂ ਗੁਣਾਂ ਨੂੰ ਮਹਿਸੂਸ ਕਰਕੇ ਰੱਬ ਨੂੰ ਗੁਣਾਂ ਦੇ ਰੂਪ ਵਿੱਚ ਦੀਦਾਰ ਕੀਤੇ। ਹਰ ਥਾਂ ਤੇ ਉਹਦੇ ਨਿਜ਼ਮ ਦੇ ਰੂਪ ਵਿੱਚ ਦੀਦਾਰ ਕੀਤੇ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ, ਹਰ ਇੱਕ ਦੇ ਵਿੱਚੋਂ ਗੁਣਾਂ ਦੇ ਰੂਪ ਵਿੱਚ, ਹਰ ਥਾਂ ਤੇ, ਹਰ ਕੋਨੇ ਤੇ, ਜ਼ਰੇ ਜ਼ਰੇ ਵਿੱਚ, ਕੋਨੇ ਕੋਨੇ ਵਿੱਚ, ਕਣ ਕਣ ਦੇ ਵਿੱਚ ਰੱਬ ਨੂੰ ਨਿਜ਼ਮ ਦੇ ਰੂਪ ਵਿੱਚ ਦੀਦਾਰ ਕੀਤੇ, ਤਾਂ ਗੁਰੂ ਪਾਤਸ਼ਾਹ ਕਹਿ ਬੈਠੇ, ਉੱਤੇ ਕਹਿ ਦਿੱਤਾ ਸਤਿਗੁਰਾਂ ਨੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਆਖੋ ਵਾਹਿਗੁਰੂ। ਆਪਨ ਕੀਆ ਕਰਹਿ ਆਪ, ਆਗੈ ਪਾਛੈ ਆਪ। ਇਹ ਵਾਹਿਗੁਰੂ ਜੀ ਦਾ ਨਿਜ਼ਮ ਹੈ। ਅੱਗੇ ਪਿੱਛੇ ਦੇ ਅਰਥ ਹੈ, ਹਰ ਥਾਂ ਤੇ ਉਹਦਾ ਨਿਜ਼ਮ ਚੱਲ ਰਿਹਾ ਤੇ ਉਹਦੇ ਨਿਜ਼ਮ ਵਿੱਚ ਸਾਰੇ ਵਰਤਾਰੇ ਵਰਤਦੇ ਨੇ। ਨਾਨਕ ਸੋ ਸਰਾਹੀ ਹੈ, ਜੇ ਘਟ ਘਟ ਰਿਹਾ ਵਿਆਪ। ਉਹ ਹਰ ਇੱਕ ਦੇ ਅੰਦਰ ਹੈ, ਜੋਤ ਬਣ ਕੇ, ਗੁਣ ਬਣ ਕੇ, ਗਿਆਨ ਬਣ ਕੇ। ਜੇ ਤੈਨੂੰ ਗੁਣ ਲੱਭਣ ਨੇ ਨਾ, ਰੱਬ ਨੂੰ ਗੁਣਾਂ ਦੇ ਰੂਪ ਵਿੱਚ ਦੇਖਣਾ, ਤਾਂ ਹਰ ਇੱਕ ਵਿੱਚੋਂ ਦਿਸੇਗਾ। ਜੇ ਕਾਂ ਵਾਲੀ ਪ੍ਰਵਿਰਤੀ ਹੈ, ਜੇ ਔਗਣ ਹੀ ਦੇਖਣੇ ਨੇ, ਤਾਂ ਫਿਰ ਦੇਖੀ ਚੱਲ, ਇਹ ਵੀ ਨਹੀਂ ਮੁੱਕਣੇ। ਆਖੋ ਵਾਹਿਗੁਰੂ। ਕਾਂ ਦੇ ਲਈ ਖੁਰਾਕ ਧਰਤੀ ਤੇ ਬਹੁਤ ਪਈ ਹੈ, ਹੰਸ ਬਣਨਾ ਤੇ ਹੰਸ ਦੇ ਲਈ ਮੋਤੀ ਬਹੁਤ ਪਏ ਨੇ। ਆਖੋ ਇਸ ਲਈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਹਰ ਇੱਕ ਦੇ ਅੰਦਰ ਵਸੇ ਹੋਏ ਨੇ, ਉਹਦੀ ਸਿਫਤ ਸਲਾਘਾ, ਉਹਦੀ ਵਡਿਆਈ, ਉਹਦੀ ਡਿਸਕਸ਼ਨ ਕਰਨੀ ਚਾਹੀਦੀ ਹੈ। ਆਖੋ ਵਾਹਿਗੁਰੂ। ਸ਼ਲੋਕ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਇਹ ਵਾਹਿਗੁਰੂ ਜੀ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਬਖਸ਼ਿਸ਼ ਦੇ ਖਜ਼ਾਨੇ ਹੋ, ਦਿਆਲੂ ਹੋ ਵਾਹਿਗੁਰੂ ਜੀ। ਤੁਹਾਡੀ ਸ਼ਰਨ ਆਏ ਹਾਂ, ਤੁਹਾਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਦੀ ਇੱਛਾ ਹੈ। ਤੁਹਾਡੇ ਲਈ ਆਪਾ ਵਾਰਨਾ ਹੈ ਵਾਹਿਗੁਰੂ ਜੀ, ਤੁਹਾਡੇ ਚਾਕਰ ਬਣ ਕੇ ਆਹਾ ਤੁਹਾਡੇ ਲਈ ਜ਼ਿੰਦਗੀ ਵਾਰਨ ਦੀ ਭਾਵਨਾ ਹੈ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਅਖਾਰ ਇੱਕ ਹੁੰਦਾ ਅੱਖਰ, ਲੈਟਰਸ, ਜਿਹਦੇ ਨਾਲ ਲਿਖਿਆ ਜਾਂਦਾ ਹੈ। ਪੰਜਾਬੀ ਦੇ ਆਪਣੇ ਨੇ, ਹਿੰਦੀ ਦੇ ਆਪਣੇ ਨੇ, ਇੰਗਲਿਸ਼ ਦੇ ਆਪਣੇ ਨੇ, ਹਰ ਲੈਂਗੁਏਜ ਦੇ ਆਪਣੇ ਅੱਖਰ ਨੇ। ਇਹ ਅਖਾਰ ਜੋ ਖਰਦਾ ਨਹੀਂ, ਜੋ ਨਾਸ਼ ਨਹੀਂ ਹੁੰਦਾ, ਉਹ ਵਾਹਿਗੁਰੂ ਜੀ ਜਿਹਦੇ ਮਨ ਵਿੱਚ ਵਸਦੇ ਨੇ ਨਾ, ਏਕ ਅਖਾਰ ਜੇ ਹਰ ਮਨ ਵਸਤ, ਉਹ ਹਰ ਵਾਹਿਗੁਰੂ ਜੀ ਅਖਾਰ ਜੋ ਅਬਿਨਾਸ਼ੀ ਹੈ, ਕਦੀ ਨਾਸ਼ ਨਹੀਂ ਹੁੰਦੇ, ਜਿਹਦੇ ਮਨ ਵਿੱਚ ਵਸਦੇ ਨੇ ਨਾ, ਹੋਤ ਨਿਹਾਲ, ਉਹ ਅੰਦਰੋਂ ਆਤਮਿਕ ਸੰਤੁਸ਼ਟੀ ਵਿੱਚ ਹੁੰਦਾ ਹੈ। ਅਸਲੀ ਖੁਸ਼ੀ ਉਹਦੇ ਕੋਲੇ ਹੁੰਦੀ ਹੈ। ਆਖੋ ਵਾਹਿਗੁਰੂ। ਪੌੜੀ ਅੱਖਰ ਮਹਿ ਤਿਰ ਭਵਨ ਪ੍ਰਭ ਧਾਰੇ। ਹੁਣ ਉਹ ਜੋ ਅਖਾਰਾ ਹੈ ਨਾ ਵਾਹਿਗੁਰੂ ਜੀ, ਉਹਦੇ ਅੱਖਰ ਕੀ ਨੇ? ਉਹਦੇ ਅੱਖਰ ਹੈ ਰੱਬ ਦਾ ਨਿਜ਼ਮ। ਉਹਦੇ ਨਿਜ਼ਮ ਦੇ ਵਿੱਚ ਹੀ ਤਿੰਨੇ ਭਵਨ ਵਾਹਿਗੁਰੂ ਜੀ ਨੇ ਧਾਰੇ, ਭਾਵ ਟਿਕਾਏ ਹੋਏ ਨੇ, ਚੱਲ ਰਹੇ ਨੇ ਉਹਦੇ ਨਿਜ਼ਮ ਵਿੱਚ। ਉਹਦੇ ਨਿਜ਼ਮ ਨੂੰ ਜਪਜੀ ਸਾਹਿਬ ਵਿੱਚ ਹੁਕਮ ਕਿਹਾ। ਧਿਆਨ ਦੇਣਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹਦਾ ਜਿਹੜਾ ਨਿਜ਼ਮ ਹੈ ਨਾ, ਕਾਨੂੰਨ ਬਣਾਇਆ ਰੱਬ ਨੇ, ਲਾ ਬਣਾਇਆ, ਉਹਨੂੰ ਲਾ ਆਫ ਕ੍ਰੀਏਸ਼ਨ ਵੀ ਕਹਿ ਦਿੰਦੇ ਨੇ। ਉਹ ਜਿਹੜਾ ਰੱਬ ਦਾ ਨਿਜ਼ਮ ਹੈ ਨਾ, ਉਹਨੂੰ ਜਪਜੀ ਸਾਹਿਬ ਵਿੱਚ ਹੁਕਮ ਕਿਹਾ,
ਆਸਾ ਰਾਗ ਦੀ ਵਾਰ ਵਿੱਚ ਉਹਨੂੰ ਭੈ ਕਿਹਾ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਹਵਾ ਚੱਲਦੀ ਹੈ, ਭੈ ਵਿੱਚ ਪਾਣੀ ਚੱਲਦਾ, ਉੱਥੇ ਇਹ ਸ਼ਬਦ ਵਰਤਿਆ ਗਿਆ ਹੈ। ਰੱਬ ਦੇ ਨਿਜ਼ਮ ਵਿੱਚ ਤਿੰਨੋਂ ਭਵਨ ਚੱਲ ਰਹੇ ਨੇ, ਅੱਖਰ ਕਰ ਕਰ ਵੇਦ ਵਿਚਾਰੇ। ਹੁਣ ਉਸ ਨਿਜ਼ਮ ਦੇ ਵਿੱਚ ਜਿਹੜਾ ਆਕਾਰ ਆਇਆ ਅੱਖਰ, ਉਹਦੇ ਨਾਲ ਹੀ ਵੇਦਾਂ ਦੀ ਵਿਚਾਰਾਂ, ਵੇਦ ਜਿਹੜੇ ਨੇ ਵਿਚਾਰੇ ਜਾਂਦੇ ਨੇ, ਅੱਖਰ, ਸ਼ਾਸਤਰ, ਸਿਮਰਤ, ਪੁਰਾਨਾ। ਫਿਰ ਉਸ ਦੇ ਨਿਜ਼ਮ ਵਿੱਚ ਪੈਦਾ ਹੋਏ ਅੱਖਰਾਂ ਦੇ ਨਾਲ ਸਿਮਰਤ, ਸ਼ਾਸਤਰ, ਵੇਦ, ਪੁਰਾਨ, ਧਾਰਮਿਕ ਗ੍ਰੰਥ, ਉਹਦੀਆਂ ਵਿਚਾਰਾਂ ਹੁੰਦੀਆਂ ਨੇ, ਪੜ੍ਹੇ ਜਾਂਦੇ ਨੇ, ਸੁਣੇ ਜਾਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਅਸਲੀ ਰਮਜ ਕੀ ਸਮਝਣੀ ਹੈ, ਜੇ ਰੱਬ ਦੇ ਨਿਜ਼ਮ ਨੂੰ ਸਮਝਣਾ ਹੈ ਨਾ, ਤੇ ਧਾਰਮਿਕ ਗ੍ਰੰਥਾਂ 'ਚੋਂ ਪਤਾ ਕੀ ਸਮਝਣਾ ਹੈ? ਅੱਖਰ, ਨਾਦ, ਕਥਨ, ਵਖਿਆਨਾ। ਉਹ ਰੱਬ ਦਾ ਗਿਆਨ, ਰੱਬ ਦਾ ਨਿਜ਼ਮ ਅੱਖਰਾਂ ਰਾਹੀਂ ਧਾਰਮਿਕ ਗ੍ਰੰਥਾਂ ਵਿੱਚ ਪਿਆ ਹੈ, ਦੋ ਰੂਪਾਂ ਦੇ ਵਿੱਚ। ਇੱਕ ਰੂਪ ਹੈ ਨਾਦ, ਨਾਦ ਹੁੰਦਾ ਹੈ ਜਸ, ਵਡਿਆਈ, ਕੀਰਤਨ, ਤੇ ਕਥਨ, ਵਖਿਆਨਾ, ਉਹਦੀ ਵਿਆਖਿਆ। ਇਹਦਾ ਮਤਲਬ ਰੱਬ ਦੀ ਗੁਣਾਂ ਦੀ ਵਿਚਾਰਾਂ ਕਰਨੀਆਂ ਤੇ ਪ੍ਰੈਕਟੀਕਲ ਜਿਉਣਾ। ਆਖੋ ਵਾਹਿਗੁਰੂ। ਆਪ ਪ੍ਰੇਰਿਤ ਹੋਣਾ, ਹੋਰਨਾਂ ਨੂੰ ਪ੍ਰੇਰਿਤ ਕਰਨਾ, ਆਪ ਸਿੱਖਣਾ, ਹੋਰਨਾਂ ਨੂੰ ਵੰਡਣਾ। ਅੱਖਰ ਮੁਕਤ ਜੁਗਤ ਭੈ ਭਰਮਾ। ਜੇ ਤੈਨੂੰ ਅਸਲੀ ਸਮਝ ਆ ਗਈ ਨਾ, ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਅੱਖਰ ਹੈ ਨਾ, ਉਹ ਗੁਰੂ ਕੀ ਆਵਾਜ਼ ਹੈ, ਸੱਚਾ ਗਿਆਨ ਹੈ, ਰੱਬ ਦਾ ਨਿਜ਼ਮ ਹੈ, ਉਹ ਕਦੀ ਨਾਸ਼ ਹੋਣ ਵਾਲਾ ਨਹੀਂ, ਉਹ ਅਖਰ ਹੈ। ਉਸ ਨੇ, ਉਸ ਉਪਦੇਸ਼ ਨੇ ਕਿਰਪਾ ਕਰਨੀ ਹੈ, ਉਹਨਾਂ ਆਦਤਾਂ ਤੋਂ ਮੁਕਤੀ ਦਿਵਾਉਣੀ ਹੈ, ਜੀਵਨ ਜਿਉਣ ਦੀ ਜੁਗਤ ਮਿਲਣੀ ਹੈ, ਭੈ ਤੇ ਭਰਮ ਤੋਂ ਮੁਕਤੀ ਦਿਵਾਉਣੀ ਹੈ। ਆਖੋ ਵਾਹਿਗੁਰੂ। ਰੱਬ ਦੇ ਨਿਜ਼ਮ ਦੇ ਵਿੱਚ ਹੀ ਇਹ ਮੁਕਤੀ ਮਿਲਣੀ ਹੈ, ਰੱਬ ਦੇ ਨਿਜ਼ਮ ਵਿੱਚ ਹੀ ਜੀਵਨ ਜਿਉਣ ਦੀ ਜੁਗਤ ਮਿਲਣੀ ਹੈ, ਉਹਦੇ ਨਿਜ਼ਮ ਵਿੱਚ ਹੀ ਭੈ ਪੈਦਾ ਹੁੰਦੇ ਨੇ, ਉਹਦੇ ਨਿਜ਼ਮ ਵਿੱਚ ਹੀ ਭਰਮ ਪੈਦਾ ਹੁੰਦੇ ਨੇ। ਅੱਖਰ, ਕਰਮ, ਕਿਰਤ, ਸੁਚ, ਧਰਮਾ। ਫਿਰ ਉਹਦੇ ਨਿਜ਼ਮ ਦੇ ਵਿੱਚ ਹੀ ਵਰਤਾਰੇ ਵਰਤੇ। ਜਿਸ ਤਰ੍ਹਾਂ ਦੀ ਅੰਦਰ ਸੋਚ ਸੀ, ਜਿਸ ਤਰ੍ਹਾਂ ਦੀ ਆਈਡੀਓਲੋਜੀ ਸੀ, ਜਿਸ ਤਰ੍ਹਾਂ ਦੀ ਸੋਚ ਸਮਝ ਸੀ, ਉਹਦਾ ਨਿਜ਼ਮ ਕੀ ਵਾਪਰਿਆ? ਉਹ ਸੋਚ ਸਮਝ ਅਨੁਸਾਰ ਦੁਨੀਆ ਨੂੰ ਧਰਮ ਦੇ ਕਰਮ ਦੱਸੇ ਗਏ। ਉਹਦੀ ਸੋਚ ਅਨੁਸਾਰ ਹੀ ਦੱਸਿਆ ਗਿਆ ਕਿ ਆਹ ਧਰਮ ਦੀ ਕਿਰਤ ਹੈ। ਉਹਦੇ ਆਪਣੀ ਸੋਚ ਅਨੁਸਾਰ ਹੀ ਦੱਸਿਆ ਗਿਆ ਕਿ ਆਹ ਧਰਮ ਦੇ ਕਰਮ ਨੇ, ਇਹਨੂੰ ਸੁਚਮਤਾ ਕਹਿੰਦੇ ਨੇ। ਇਹ ਨਿਜ਼ਮ ਕੀ ਚੱਲ ਰਿਹਾ ਸੀ ਰੱਬ ਦਾ? ਜੈਸੀ ਕਿਸੇ ਦੀ ਸੋਝੀ ਸੀ, ਜੈਸੀ ਕਿਸੇ ਦੀ ਸਮਝ ਸੀ, ਉਸ ਤਰ੍ਹਾਂ ਉਹਨਾਂ ਨੇ ਦੱਸ ਦਿੱਤਾ। ਪਰ ਸਤਿਗੁਰੂ ਜੀ ਕਹਿੰਦੇ ਅਸਲੀ ਰਮਜ ਇਹ ਹੈ ਪਿਆਰਿਓ, ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜਿਤਨਾ ਦਿਖਾਈ ਦੇ ਰਿਹਾ ਹੈ ਨਾ, ਦ੍ਰਿਸ਼ਟਮਾਨ, ਵਿਜ਼ੀਬਲ ਪਾਰਟ, ਯੂਨੀਵਰਸ, ਇਹ ਸਭ ਕੁਛ ਦੇ ਵਿੱਚ ਅਖਰ ਹੈ ਜੇਤਾ। ਦ੍ਰਿਸ਼ਟਮਾਨ ਅਖਰ ਹੈ ਜੇਤਾ। ਉਹ ਵਾਹਿਗੁਰੂ ਅਬਿਨਾਸ਼ੀ ਹਰ ਇੱਕ ਦੇ ਵਿੱਚ ਸਮਾਏ ਹੋਏ ਨੇ। ਆਖੋ ਵਾਹਿਗੁਰੂ। ਫਿਰ ਇਹ ਯਾਦ ਰੱਖਣਾ, ਇਹ ਗੱਲਾਂ ਟਿਪਸ ਤੇ ਯਾਦ ਕਰ ਲੈਣੀਆਂ। ਸੱਚਾ ਗਿਆਨ ਬਣ ਕੇ ਵਾਹਿਗੁਰੂ ਜੀ ਹਰ ਇੱਕ ਥਾਂ ਤੇ ਨੇ, ਗੁਣ ਬਣ ਕੇ ਹਰ ਇੱਕ ਵਿੱਚ ਨੇ, ਨਿਜ਼ਮ ਬਣ ਕੇ ਹਰ ਥਾਂ ਤੇ ਹੈ, ਜੋਤ ਸ਼ਕਤੀ ਬਣ ਕੇ ਹਰ ਥਾਂ ਤੇ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ ਹੈ। ਨਾਨਕ ਜੀ, ਉਹ ਪਾਰ ਬ੍ਰਹਮ ਆਪ ਨਿਰਲੇਪ ਹੈ। ਚੋਰ ਚੋਰੀ ਕਰਦਾ ਹੈ, ਚੋਰ ਦੀ ਭਾਵਨਾ ਮੈਲੀ ਹੈ, ਉਹਦਾ ਕਰਮ ਮੈਲਾ ਹੈ, ਉਹਦਾ ਜੀਵਨ ਮੈਲਾ ਹੈ। ਜੇ ਚੋਰ ਦੇ ਚੋਰੀ ਕਰਨ ਤੋਂ ਸੱਚਾ ਗਿਆਨ ਲੈਣਾ, ਰੱਬ ਸੱਚਾ ਗਿਆਨ ਬਣ ਕੇ ਉਹਦੇ 'ਚ ਬੈਠਾ ਹੈ, ਤੇ ਉਹ ਗਿਆਨ ਕੀ ਹੈ? ਇਹ ਮਾੜਾ ਕੰਮ ਹੁੰਦਾ। ਆਖੋ ਨਹੀਂ ਕਰਨਾ, ਇਹ ਨਿਰਲੇਪ ਹੈ, ਇਹ ਮੈਲਾ ਨਹੀਂ ਹੁੰਦਾ, ਗਿਆਨ ਮੈਲਾ ਨਹੀਂ ਹੁੰਦਾ। ਸ਼ਲੋਕ। ਹੱਥ ਕਲਮ ਅਗੰਮ ਮਸਤਕ ਲੇਖਾਵਤੀ। ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੋ ਨਿਜ਼ਮ ਹੈ ਨਾ, ਜਿਸ ਨਿਜ਼ਮ ਦੀ ਗੱਲ ਕੀਤੀ ਜਾ ਰਹੀ ਹੈ, ਉਹ ਹੱਥ ਹੈ ਰੱਬ ਦਾ। ਉਸ ਨਿਜ਼ਮ ਦੇ ਵਿੱਚ ਜਿਹੜੀਆਂ ਅੰਦਰ ਵਿਚਾਰਧਾਰਾਵਾਂ ਬਣਦੀਆਂ ਨੇ, ਸਾਡੇ ਅੰਦਰ ਸੋਚ ਬਣਦੀ ਹੈ। ਜਿੰਨੀ ਕੁ ਸੋਝੀ ਹੈ, ਉਹ ਦੀ ਵਿਚਾਰਧਾਰਾ ਹੈ। ਜਿੰਨੀ ਕੁ ਸਮਝ ਹੈ, ਉਹ ਜੀ ਸੋਚ ਹੈ। ਜਿਹੇ ਜੀ ਸੋਚ ਸਮਝ ਹੈ ਅੰਦਰ, ਉਹੋ ਜਿਹਾ ਸਾਡਾ ਨਜ਼ਰੀਆ ਹੈ। ਜਿਹੋ ਜਿਹਾ ਨਜ਼ਰੀਆ ਹੈ, ਉਹ ਜਿਹੇ ਕਰਮ ਨੇ। ਇਹ ਕਲਮ ਹੈ ਰੱਬ ਦੀ, ਨਿਜ਼ਮ, ਅਗੰਮ, ਬਿਆੰਤ ਹੈ। ਮਸਤਕ ਲਿਖਾਵਤੀ। ਇਸ ਕਲਮ ਰਾਹੀਂ, ਇਸ ਨਿਜ਼ਮ ਰਾਹੀਂ ਅੰਦਰ ਸੋਚ ਲਿਖੀ ਜਾਂਦੀ ਹੈ, ਸੁਭਾਅ ਲਿਖਿਆ ਜਾਂਦਾ ਹੈ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਜਿਨ੍ਹਾਂ ਦੇ ਅੰਦਰ ਰੱਬ ਦੇ ਬਖਸ਼ਿਸ਼ ਰੂਪੀ ਹੱਥ ਨੇ, ਸੱਚੇ ਗਿਆਨ ਰੂਪੀ ਕਲਮ ਨੇ,
ਗੁਰਮਤਿ ਵਾਲੀ ਸੋਚ ਲਿਖ ਦਿੱਤੀ। ਅਗੰਮ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਪਿਆਰਾ ਲੱਗਣ ਵਾਲਾ ਸੁਭਾਉ ਲਿਖ ਦਿੱਤਾ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਰੂਪ ਬੜਾ ਉਪਮਾ ਤੋਂ ਰਹਿਤ ਹੈ, ਬੜਾ ਸੋਹਣਾ ਰੂਪ ਹੈ। ਫਿਰ ਉਸ ਰੂਪ ਵਿੱਚ ਸਮਾਏ ਰਹਿੰਦੇ ਨੇ। ਆਖੋ ਵਾਹਿਗੁਰੂ। ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀ ਆ। ਉਸ ਵਾਹਿਗੁਰੂ ਜੀ ਦੇ ਆਨੰਦ ਰਸ ਵਿੱਚ ਜਿਉਂਦੇ ਨੇ, ਜਿਹਦੀ ਉਸਤਤ ਵਡਿਆਈ ਪੂਰੀ ਕਹੀ ਨਹੀਂ ਜਾ ਸਕਦੀ। ਜਿੰਨੀ ਕੁ ਸੋਝੀ ਹੈ ਉਹਨਾਂ ਕੁ ਕਿਸੇ ਨੇ ਦੱਸ ਦਿੱਤਾ। ਇਹ ਗੱਲ ਯਾਦ ਰੱਖਿਓ। ਫਾਈਨਲ ਵਰਜ਼ਨ ਕੁਛ ਨਹੀਂ ਹੋ ਸਕਦਾ, ਆਖਰੀ ਸੱਚ ਹੋ ਹੀ ਨਹੀਂ ਸਕਦਾ। ਨਵੀਂ ਤੋਂ ਨਵੀਂ ਵਿਆਖਿਆ ਆਏਗੀ, ਨਵੀਂ ਤੋਂ ਨਵੀਂ ਸਮਝ ਆਏਗੀ, ਕਿਉਂਕਿ ਸਮਝ ਇੱਕ ਐਸੀ ਦਾਤ ਹੈ। ਹਮੇਸ਼ਾ ਸਮਝ ਵੰਡਣ ਵਾਲਾ ਕੋਸ਼ਿਸ਼ ਕਰਦਾ ਹੈ ਕਿ ਸੌਖੇ ਤਰੀਕੇ ਨਾਲ ਵੰਡਿਆ ਜਾਵੇ। ਤੁਸੀਂ ਪੁਰਾਤਨ ਗ੍ਰੰਥ ਚੁੱਕ ਕੇ ਦੇਖਣੇ, ਤੁਸੀਂ ਭਾਈ ਮਨੀ ਸਿੰਘ ਸਾਹਿਬ ਜੀ ਦੀਆਂ ਜਿਹੜੀਆਂ ਸਿੱਖਾਂ ਦੀ ਭਗਤਮਾਲ ਸ਼ਬਦ ਪੋਥੀ ਪੜ੍ਹ ਕੇ ਦੇਖੋ। ਉਹ ਜਿਹੜੀ ਸ਼ਬਦਾਵਲੀ ਹੈ ਬੜੀ ਔਖੀ ਹੈ, ਅੱਜ ਦੇ ਮਨੁੱਖ ਨੂੰ ਛੇਤੀ ਸਮਝ ਨਹੀਂ ਆਏਗੀ। ਭਾਈ ਗੁਰਦਾਸ ਜੀ ਵਰਗਿਆਂ ਵਾਹਿਗੁਰੂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਵਰਗਿਆਂ ਨੇ ਉਹਦੀ ਵਿਆਖਿਆ ਲਿਖੀ, ਉਹਨੂੰ ਹੋਰ ਸੌਖਾ ਕਰ ਦਿੱਤਾ। ਪਰ ਭਾਈ ਵੀਰ ਸਿੰਘ ਦੀ ਸ਼ਬਦਾਵਲੀ ਵੀ ਇੰਨੀ ਸੌਖੀ ਨਹੀਂ। ਫਿਰ ਜਿਉਂ-ਜਿਉਂ ਵਿਦਵਾਨ ਆਏ ਉਹਨਾਂ ਨੇ ਹੋਰ ਸੌਖਾ ਕਰ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਆਉਣਗੇ ਉਸ ਹੋਰ ਸੌਖਾ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨਗੇ। ਜਿੰਨੀ ਕਿਸੇ ਨੂੰ ਸਮਝ ਹੈ ਤੇ ਜਿੰਨਾ ਸਮਝਾਉਣ ਦਾ ਤਰੀਕਾ ਹੈ ਓਨਾ ਕੁ ਸਮਝਾਇਆ ਗਿਆ, ਪਰ ਉਹ ਜਿਹੜੀ ਵਡਿਆਈ ਹੈ ਇਹ ਬੇਅੰਤ ਹੈ, ਕੰਪਲੀਟ ਨਹੀਂ ਕਹੀ ਜਾ ਸਕਦੀ। ਪਰ ਇਹ ਮੁੱਖ ਚੋਂ ਕਹਿਣੀ ਚਾਹੀਦੀ ਹੈ, ਕਿਉਂਕਿ ਜਿਉਂ-ਜਿਉਂ ਅਸੀਂ ਵਿਚਾਰਾਂ ਕਰਾਂਗੇ ਮਨ ਨੂੰ ਚੰਗਾ ਲੱਗਦਾ ਹੈ, ਮਨ ਮੋਹਿਆ ਜਾਂਦਾ ਹੈ। ਮੋਹੀ ਦੇਖ ਦਰਸ ਨਾਨਕ ਬਲਿਹਾਰੀ ਆ। ਤੇਰੇ ਮਨ ਬਲਿਹਾਰ ਜਾਂਦਾ ਨਾਨਕ ਜੀ, ਫਿਰ ਉਹਦੇ ਦਰਸ਼ਨ ਦੇਖਦਾ ਹੈ, ਦੀਦਾਰ ਕਰਦਾ ਹੈ ਵਾਹਿਗੁਰੂ ਜੀ ਨੂੰ, ਸੱਚੇ ਗਿਆਨ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ, ਨਿਜ਼ਮ ਦੇ ਰੂਪ ਵਿੱਚ, ਸ਼ਕਤੀ ਜੋਤ ਦੇ ਰੂਪ ਵਿੱਚ। ਪੌੜੀ ਜਿਹੜੀ 52 ਅੱਖਰੀ ਬਾਣੀ ਹੈ ਨਾ, ਇਹ 55 ਪੌੜੀਆਂ ਦੀ ਬਾਣੀ ਹੈ। ਇਹ 'ਚ 55 ਪੌੜੀਆਂ ਨੇ ਤੇ ਨਾਲ 55 ਸ਼ਲੋਕ ਨੇ। ਇਹਨਾਂ 55 ਪੌੜੀਆਂ ਸ਼ਲੋਕਾਂ ਤੋਂ ਇਲਾਵਾ ਇੱਕ ਸ਼ਲੋਕ ਸਟਾਰਟਿੰਗ ਤੇ ਸੀਗਾ। ਬਾਕੀ ਜਿਹੜੇ 55 ਪੌੜੀਆਂ ਨਾਲ ਸ਼ਲੋਕ ਹੈ, ਦੋ-ਦੋ ਪੰਕਤੀਆਂ ਦੇ ਸ਼ਲੋਕ ਨੇ। ਜਿਹੜਾ ਪਹਿਲਾ ਸ਼ਲੋਕ ਸੀ ਉਹ ਜ਼ਿਆਦਾ ਪੰਕਤੀਆਂ ਦਾ ਸੀ। ਤੇ ਉੱਥੇ ਤੁਸੀਂ ਧਿਆਨ ਦਿੱਤਾ ਹੋਵੇਗਾ, ਜਿੱਥੋਂ ਸ਼ੁਰੂ ਹੋਈ ਸੀ ਬਾਣੀ, ਉੱਥੇ ਆਦਿ ਗੁਰੇ ਨਮਹਿ ਜੁਗਾਦ ਵਾਹਿਗੁਰੂ, ਉੱਥੇ ਗੁਰਦੇਵ ਰੂਪ ਵਿੱਚ ਉਹ ਸ਼ਲੋਕ ਸੀ, ਉਹਦੀਆਂ ਪੰਕਤੀਆਂ ਜ਼ਿਆਦਾ ਸੀ। ਉਸ ਸ਼ਲੋਕ ਦੇ ਅਖੀਰ 'ਚ ਇੱਕ ਸੀ ਤੇ ਉਦੋਂ ਬਾਅਦ ਜਦੋਂ ਸ਼ੁਰੂ ਹੋਈ ਸੀ 52 ਅੱਖਰੀ, ਉੱਥੇ ਵੀ ਸ਼ਲੋਕ ਤੋਂ ਬਾਅਦ ਇੱਕ ਸੀ, ਪੌੜੀ ਤੋਂ ਬਾਅਦ ਇੱਕ ਸੀ, ਫਿਰ 1 2 3 4 ਇਹ 55 ਸੀ। ਇਹਨਾਂ 55 ਤੋਂ ਇਲਾਵਾ ਉਹ ਇੱਕ ਸ਼ਲੋਕ ਪਹਿਲਾਂ ਸੀ। ਉਹ ਜਿਹੜਾ ਪਹਿਲਾ ਸ਼ਲੋਕ ਸੀ ਉਹੀ ਅਗਲੇ ਅੰਗ ਦੇ ਉੱਪਰ ਕੱਲ੍ਹ ਨੂੰ ਦੀਦਾਰ ਕਰਾਂਗੇ, ਉੱਥੇ ਲਿਖਿਆ ਹੋਏਗਾ। ਤੇ ਔਰ ਉਸ ਸ਼ਲੋਕ ਦੇ ਅਖੀਰ ਤੇ ਲਿਖਿਆ ਇਹ ਸ਼ਲੋਕ ਆਦਿ ਅੰਤ ਪੜ੍ਹਨਾ। ਅਗਲੀ ਬਾਤ ਹੋਰ ਧਿਆਨ ਦੇਣੀ, ਇਹ ਸਾਰੀ ਬਾਣੀ ਵਿੱਚ ਇੱਕੋ ਹੀ ਰਹਾਉ ਪਦਾ ਸੀ ਜਿਹੜਾ ਸਟਾਰਟਿੰਗ ਤੇ ਆਇਆ ਸੀ, ਸੈਂਟਰਲ ਆਈਡੀਆ। ਇਹ ਅਖੀਰਲੀ ਪੌੜੀ ਹੁਣ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਜਿਹੜਾ ਸ਼ਲੋਕ ਸਭ ਤੋਂ ਪਹਿਲਾਂ ਸੀ ਵੱਧ ਪੰਕਤੀਆਂ ਵਾਲਾ, ਉਹੀ ਸ਼ਲੋਕ ਕੱਲ੍ਹ ਨੂੰ ਆਏਗਾ ਤੇ ਕੱਲ੍ਹ ਨੂੰ ਫਿਰ ਇਹ ਜਿਹੜੀ 52 ਅੱਖਰੀ ਬਾਣੀ ਹੈ ਇਹਦੀ ਸਮਾਪਤੀ ਹੋ ਜਾਏਗੀ ਤੇ ਕੱਲ੍ਹ ਨੂੰ ਸੁਖਮਨੀ ਸਾਹਿਬ ਦੀ ਬਾਣੀ ਸ਼ੁਰੂ ਹੋ ਜਾਏਗੀ। ਤੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਇੱਕ ਸ਼ਲੋਕ ਹੈ ਵਾਹਿਗੁਰੂ, ਇੱਕੋ ਹੀ ਰਹਾਉ ਪਦਾ ਹੈ, ਉਹਦੇ 24 ਸ਼ਲੋਕ ਨੇ, 24 ਅਸ਼ਟਪਦੀਆਂ ਨੇ। ਕੱਲ੍ਹ ਨੂੰ ਦੀਦਾਰ ਕਰਾਂਗੇ। ਪੌੜੀ ਹੇ ਅਚੁੱਤ ਹੇ ਪਾਰ ਬ੍ਰਹਮ ਹੇ ਅਬਿਨਾਸ਼ੀ ਅਗਨਾਸ਼। ਇਹ ਵਾਹਿਗੁਰੂ ਜੀ ਦੇ ਰੂਪ ਨੇ, ਅਚੁੱਤ ਵਾਹਿਗੁਰੂ ਜੀ, ਪਾਰ ਬ੍ਰਹਮ ਵਾਹਿਗੁਰੂ ਜੀ, ਕਦੇ ਵੀ ਨਾਸ਼ ਨਾ ਹੋਣ ਵਾਲੇ ਵਾਹਿਗੁਰੂ ਜੀ, ਪਾਪਾਂ ਦਾ ਨਾਸ਼ ਕਰਨ ਵਾਲੇ ਅਗਨਾਸ਼ ਵਾਹਿਗੁਰੂ ਜੀ। ਇਹ ਵਾਹਿਗੁਰੂ ਜੀ ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣ ਤਾਸ। ਇਹ ਵਾਹਿਗੁਰੂ ਜੀ ਤੁਸੀਂ ਹਰ ਥਾਂ ਤੇ ਪਰਿਪੂਰਨ ਹੋ, ਸਰਬ ਮੈਂ ਸਾਰਿਆਂ ਵਿੱਚ ਤੁਸੀਂ ਸਮਾਏ ਹੋਏ ਹੋ, ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਵਾਹਿਗੁਰੂ ਜੀ, ਗੁਣਾਂ ਦੇ ਖਜ਼ਾਨੇ ਹੋ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਵਾਹਿਗੁਰੂ ਜੀ ਤੁਸੀਂ ਅੰਗ ਸੰਗ ਹੋ, ਹਰ ਥਾਂ ਤੇ ਮਦਦ ਕਰਦੇ ਹੋ। ਜਿੱਥੇ ਕੋਈ ਵੀ ਮਦਦਗਾਰ ਨਹੀਂ ਹੁੰਦਾ ਉੱਥੇ ਤੁਸੀਂ ਮਦਦਗਾਰ ਹੋ, ਸੰਗੀ ਹੋ। ਤੁਸੀਂ ਆਕਾਰ ਤੋਂ ਰਹਿਤ ਹੋ ਵਾਹਿਗੁਰੂ ਜੀ, ਤੁਸੀਂ ਮਾਇਆ ਦੇ ਪ੍ਰਭਾਵ ਵਾਲੇ ਤਿੰਨਾਂ ਗੁਣਾਂ ਤੋਂ ਰਹਿਤ ਹੋ, ਇਨਵਿਜ਼ੀਬਲ ਹੋ। ਸਾਰਿਆਂ ਨੂੰ ਤੁਹਾਡਾ ਹੀ ਭਰੋਸਾ ਹੈ, ਤੁਹਾਡੀ ਟੇਕ ਹੈ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕਹਿ ਸਦਾ ਵਿਵੇਕ। ਹੇ ਵਾਹਿਗੁਰੂ ਜੀ
ਤੁਸੀਂ ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਹੋ, ਗੁਣਾਂ ਦੇ ਖਜ਼ਾਨੇ ਹੋ ਤੇ ਹਰ ਵੇਲੇ ਸਦਾ ਵਿਵੇਕ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਸਮਾਏ ਹੋਏ ਹੋ। ਇਹ ਅਪਰੰਪਰ ਹਰ ਹਰੇ ਹੈ ਭੀ ਹੋਵਨਹਾਰ। ਤੁਸੀਂ ਬੇਅੰਤ ਹੋ ਵਾਹਿਗੁਰੂ ਜੀ, ਅਪਰੰਪਰ ਹਰ ਹਰੇ। ਤੁਸੀਂ ਅੱਜ ਵੀ ਹੋ, ਭੂਤਕਾਲ ਵਿੱਚ ਵੀ ਸੀ, ਆਉਣ ਵਾਲੇ ਸਮੇਂ ਵਿੱਚ ਵੀ ਹੋਂਗੇ। ਹੈ ਭੀ ਹੋਵਨਹਾਰ। ਇਹ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਇਹ ਵਾਹਿਗੁਰੂ ਜੀ, ਤੁਸੀਂ ਆਪਣੇ ਪਿਆਰਿਆਂ ਦੇ ਸਦਾ ਅੰਗ ਸੰਗ ਸਹਾਈ ਹੁੰਦੇ ਹੋ, ਮਦਦਗਾਰ ਕਰਦੇ ਹੋ। ਨਿਧਾਰਾ ਆਧਾਰ, ਜਿਨ੍ਹਾਂ ਦਾ ਕੋਈ ਓਟ ਆਸਰਾ ਨਹੀਂ ਹੁੰਦਾ। ਜ਼ਿੰਦਗੀ ਦੇ ਕੁਝ ਹਾਲਾਤ, ਐਸੀ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਹੈ ਜਿਹਦੇ ਤੋਂ ਉਮੀਦਾਂ ਹੁੰਦੀਆਂ ਨੇ, ਉਹ ਵੀ ਟੁੱਟ ਜਾਂਦੀਆਂ ਨੇ। ਜੋ ਟਿਕਾਣਾ ਹੁੰਦਾ ਰਹਿਣ ਦਾ, ਉਹ ਟਿਕਾਣਾ ਵੀ ਹੱਥੋਂ ਨਿਕਲ ਜਾਂਦਾ ਹੈ। ਬੜੇ ਔਖੇ ਹਾਲਾਤ ਹੁੰਦੇ, ਉਹ ਵੀ ਜੇ ਕਿਤੇ ਗੁਰੂ ਲਈ ਆਪਾਂ ਵਾਰਨਾ ਹੈ, ਰੱਬ ਲਈ ਆਪਾਂ ਵਾਰਨਾ ਹੈ, ਸਮਾਜ ਦੇ ਲਈ ਆਪਾਂ ਵਾਰਨਾ ਹੈ, ਕੌਮ ਦੇ ਲਈ ਆਪਾਂ ਵਾਰਨਾ ਹੈ, ਤੇ ਜ਼ਿੰਦਗੀ ਦਾ ਐਸਾ ਹਾਲਾਤ ਆ ਜਾਣ, ਹਰ ਕੋਈ ਸਾਥ ਛੱਡ ਦੇਵੇ ਤੇ ਜਿਹੜਾ ਟਿਕਾਣਾ ਹੈ ਉਹ ਵੀ ਹੱਥੋਂ ਨਿਕਲ ਜਾਵੇ, ਜਾਂ ਜਿੱਥੇ ਮਰਜ਼ੀ ਰਹਿ। ਤੇ ਵਾਹਿਗੁਰੂ ਜੀ ਨੇ ਧਾਰਾ ਆਧਾਰ ਆਖੋ ਵਾਹਿਗੁਰੂ, ਫਿਰ ਉਹ ਆਸਰਾ ਦਿੰਦੇ ਨੇ। ਜਿਨ੍ਹਾਂ ਦੀ ਜ਼ਿੰਦਗੀ 'ਚ ਵਾਪਰਦਾ, ਫਿਰ ਉਹਨਾਂ ਦੇ ਅੰਦਰੋਂ ਵਾਹਿਗੁਰੂ ਜੀ ਕਦੀ ਨਹੀਂ ਭੁੱਲਦੇ, ਆਖੋ ਵਾਹਿਗੁਰੂ। ਪਾਪਾ ਵਾਰ ਦਿੰਦੇ ਨੇ। ਉਹਨਾਂ ਨੂੰ ਪਤਾ ਹੈ ਜਿਹੜੇ ਉਹ ਹਾਲਾਤ ਆਉਂਦੇ ਨੇ ਨਾ, ਵਿਸ਼ਵਾਸ ਵਧਾਉਣ ਵਾਸਤੇ ਆਉਂਦੇ ਨੇ, ਅੰਦਰ ਹੌਸਲਾ ਵਧਾ ਦਿੰਦੇ ਨੇ, ਅਸਲੀਅਤ ਦੀ ਪਹਿਚਾਣ ਕਰਾ ਜਾਂਦੇ ਨੇ। ਪਤਾ ਲੱਗ ਜਾਂਦਾ ਆਪਣਾ ਕੌਣ, ਬੇਗਾਨਾ ਕੌਣ। ਇਹ ਵੀ ਪਤਾ ਲੱਗ ਜਾਂਦਾ ਦੁਨੀਆ ਕਿੱਥੇ ਖੜੀ ਹੈ ਤੇ ਮੇਰੇ ਵਾਹਿਗੁਰੂ ਜੀ ਕਿੱਥੇ ਨੇ। ਗੁਰੂ ਸਾਹਿਬ ਕੈਸਾ ਕਮਾਲ ਹੀ ਕਮਾਲ ਹੈ। हे ठाकुर ਆਉਂਦਾ ਸਰੂ, ਮੈਂ ਨਿਰਗੁਣ ਗੁਣ ਨਹੀਂ ਕੋਏ। ਇਹ ਵਾਹਿਗੁਰੂ ਜੀ, ਤੁਸੀਂ ਮੇਰੇ ਮਾਲਕ ਹੋ, ਠਾਕੁਰ। ਮੈਂ ਤੁਹਾਡਾ ਦਾਸ ਹਾਂ, ਚਾਕਰ ਹਾਂ। ਤੁਹਾਡੀ ਚਾਕਰੀ ਲਈ ਆਪਾ ਵਾਰਨ ਦੀ ਭਾਵਨਾ ਵਾਲਾ ਹਾਂ। ਨਿਰਗੁਣ ਹਾਂ, ਮੇਰੇ ਕੋਲ ਗੁਣ ਕੋਈ ਨਹੀਂ, ਗੁਣ ਨਹੀਂ ਕੋਈ, ਮੇਰੇ ਕੋਲ ਕੋਈ ਚੰਗਿਆਈ ਨਹੀਂ। ਪਰ ਵਾਹਿਗੁਰੂ ਜੀ, ਤੁਹਾਡਾ ਚਾਕਰ ਹਾਂ, ਇਹ ਭਾਵਨਾ ਹੈ, ਤੁਹਾਡੇ ਲਈ ਆਪਾ ਵਾਰਨਾ ਹੈ। ਨਾਨਕ ਦੀਜੈ ਨਾਮਦਾਨ, ਰਾਖੋ ਹੀ ਹੈ ਪਰੋਏ। ਵਾਹਿਗੁਰੂ ਜੀ, ਤੁਹਾਡਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਹਿਰਦੇ ਵਿੱਚ ਰੱਖ ਦਿਓ, ਆਖੋ, ਤਾਂ ਕਿ ਦਾਸ ਬਣ ਕੇ ਜੀਵਨ ਜਿਉ ਸਕਾਂ ਤੇ ਨਿਭ ਸਕਾਂ। ਇਹ 55 ਪੌੜੀਆਂ ਵਾਲੀ 52 ਅੱਖਰੀ ਨਾਮ ਦੀ ਬਾਣੀ ਦੀ ਅਖੀਰਲੀ ਪੌੜੀ ਹੈ। ਜਿਹੜਾ ਸ਼ਲੋਕ ਸਟਾਰਟਿੰਗ ਤੇ ਸੀ, ਉਹ ਸ਼ਲੋਕ ਇਸ ਤੋਂ ਬਾਅਦ ਹੈ ਅਗਲੇ ਅੰਗ ਤੇ, ਕੱਲ ਨੂੰ ਵਿਚਾਰ ਕਰਾਂਗੇ। ਉਸ ਤੋਂ ਬਾਅਦ ਸੁਖਮਨੀ ਸਾਹਿਬ ਦੀ ਬਾਣੀ ਕੱਲ ਨੂੰ ਸ਼ੁਰੂ ਹੋਏਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।